ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਮੇਰੇ ਨਾਲ ਮੌਜੂਦ ਨੇ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਬਿਜਲੀ ਸਬਸਿਡੀ ਤੋਂ ਲੈ ਕੇ ਮੁਫਤ ਬਿਜਲੀ ਤੱਕ ਹੋਰ ਮਸਲਿਆਂ ਤੇ ਵੀ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਜਦੋਂ ਅਕਾਲੀ ਦਲ ਦੀ ਸਰਕਾਰ ਆਈ ਸੀ, ਆਟਾ ਦਾਲ ਸਕੀਮ ਬੜੀ ਮਸ਼ਹੂਰ ਹੋਈ। ਹਾਲਾਂਕਿ ਪਿਛਲੀਆਂ ਸਰਕਾਰਾਂ ਚੱਲਦੀ ਰਹੀ, ਪਰ ਉਹਨਾਂ ਦੇ ਵਿੱਚ ਮਸ਼ਹੂਰ ਇਸ ਕਰਕੇ ਹੋਈ ਕਿ 10 ਸਾਲ ਉਹਨਾਂ ਨੇ ਲਗਾਤਾਰ ਉਹਨਾਂ ਦੇ ਵੀ ਘਰ ਭਰਤੇ ਜਿਨ੍ਹਾਂ ਨੇ ਕਦੇ ਗਰੀਬੀ ਦਾ ਮੂੰਹ ਵੀ ਨਹੀਂ ਦੇਖਿਆ, ਕਦੇ ਗੱਗਾ ਵੀ ਨਹੀਂ ਸੁਣਿਆ ਹੋਣਾ। ਤੇ ਮੇਰੇ ਖਿਆਲ ਚ ਪਿੱਛੇ ਜੇ ਇੱਕ ਜਾਂਚ ਪੜਤਾਲ ਹੋਈ ਸੀ, ਉਹ ਚ ਕਈਆਂ ਦੇ ਕਹਿੰਦੇ ਨੀਲੇ ਕਾਰਡ ਜਿਹੜੇ ਉਹ ਰੱਦ ਕੀਤੇ, ਪਰ ਕਈ ਅੱਜ ਵੀ ਬਣੇ ਤੁਰੇ ਫਿਰਦੇ ਨੇ ਇਹੋ ਜਿਹੇ ਵਿੱਚ, ਜਿਹੜੇ ਕਈ ਜਾਲੀ ਪੈਨਸ਼ਨਾਂ ਵੀ ਲਈ ਜਾਂਦੇ ਨੇ। ਇਹ ਬੜਾ ਕੁਝ ਆ। ਪਰ ਹੁਣ ਜਦੋਂ ਮੁਫਤ ਬਿਜਲੀ ਦੀ ਗੱਲ ਆਉਂਦੀ ਆ, ਗੱਲ ਇੱਕ ਤਾਂ ਕਿਸਾਨਾਂ ਤੋਂ ਤੁਰ ਪੈਂਦੀ ਹੈ ਕਿ ਸਰਕਾਰ ਨੇ ਉਧਰ ਵੱਲ ਨੂੰ ਮੂੰਹ ਕਿਉਂ ਨਹੀਂ ਕੀਤਾ। ਦੂਜਾ ਇਹ ਕਿ ਜਿਹੜੇ ਗਰੀਬ ਨੇ ਉਹਨਾਂ ਦੀ ਕੀ ਇਹਨਾਂ ਨੇ ਮਤਲਬ ਕਿ ਮਾਪਦੰਡ ਕੀ ਰੱਖਿਆ ਕਿ ਉਹਨਾਂ ਦੀ ਗਰੀਬੀ ਦੀ ਰੇਖਾ ਕਿਸ ਤਰ੍ਹਾਂ ਪਰਖੀ ਜਾਏਗੀ, ਕਿਸ ਤਰ੍ਹਾਂ ਸਰਕਾਰ ਇਹ ਕਲੀਅਰ ਕਰੇਗੀ ਕਿ ਇਹੀ ਆਟਾ ਦਾਲ ਲੈਣ ਵਾਲੇ ਨੇ, ਇਹੀ ਬੀਪੀਐਲ ਕਾਰਡ ਧਾਰਕ ਨੇ, ਇਹੀ ਉਹ ਕੋਟੇ ਵਿੱਚੋਂ ਨੇ, ਜਿਵੇਂ ਕਈ ਤਾਂ ਐਸਸੀ ਕਾਰਡ ਨਕਲੀ ਬਣਾ ਕੇ ਵੀ ਜਾ ਕੇ ਨੌਕਰੀਆਂ ਕਰੀ ਫਿਰਦੇ ਨੇ। ਇਹ ਬੜਾ ਧਾਂਦਲੀਆਂ ਰੋਕਣੀਆਂ ਤੇ ਉਧਰੋਂ ਮੁਫਤ ਬਿਜਲੀ ਤੇ ਨਾਲੋਂ ਨਾਲ ਚੋਰੀ ਦੀ ਬਿਜਲੀ। ਦੇਖੋ, ਬੇਸਿਕਲੀ ਜਿਹੜਾ ਜਿਸ ਢੰਗ ਦੇ ਨਾਲ ਸੁਖਵਿੰਦਰ ਇਹ ਵਾਅਦੇ ਕੀਤੇ ਜਾਂਦੇ ਆ, ਤੁਹਾਨੂੰ ਪਤਾ ਹੀ ਆ ਕਿ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਕੋਈ ਚੋਣ ਮੈਨੀਫੈਸਟੋ ਨਹੀਂ ਦਿੱਤਾ, 7 ਗਰੰਟੀਆਂ ਦਿੱਤੀਆਂ ਚੋਣਾਂ ਦੇ ਦੌਰਾਨ। 7 ਗਰੰਟੀਆਂ, ਜਿਨ੍ਹਾਂ ਚੋਂ 1000 ਰੁਪਇਆ ਤੇ ਬਿਜਲੀ ਵਾਲੀ ਮੁੱਖ ਗਰੰਟੀਆਂ, ਬਾਕੀ ਹੈਲਥ ਦੀ ਆ, ਐਜੂਕੇਸ਼ਨ ਦੀ ਆ, 5-4 ਹੋਰ ਹੈਗੀਆਂ। ਇਹਦਾ ਜਿਹੜਾ ਸਭ ਤੋਂ ਪਹਿਲਾਂ ਇਹਨਾਂ ਨੇ ਜੁਲਾਈ ਤੋਂ ਸ਼ੁਰੂ ਕਰਨਾ। ਇਹਨਾਂ ਦਾ 2 ਮਹੀਨਿਆਂ ਦਾ ਜੇ ਇਕੱਠਾ ਬਿੱਲ ਆਇਆ ਤੇ ਜੁਲਾਈ ਐਂਡ ਚ ਨਹੀਂ, ਅਗਸਤ ਐਂਡ ਦੇ ਵਿੱਚ ਬਜਟ ਆਊ, ਬਿੱਲ ਆਊਗਾ। ਤੇ 4-5 ਮਹੀਨੇ ਤੇ ਜੇ ਵੈਸੇ ਹੀ ਪਏ ਆ, ਉਦੋਂ ਤੱਕ ਦੇਖੋ ਆਗੇ ਦੇਖੋ ਹੋਤਾ ਹੈ ਕਿਆ। ਇਹਦੇ ਚ ਪਹਿਲਾਂ ਇਹਨਾਂ ਨੇ ਇਹ ਡਿਕਲੇਅਰ ਕੀਤਾ ਸੀ, ਆ ਜਿਹੜੀ ਗਰੰਟੀ ਇਸ ਗੱਲ ਦੀ ਨਹੀਂ ਸੀ ਵੀ ਮੁਫਤ ਦਿਆਂਗੇ। ਗਰੰਟੀ ਇਹ ਸੀ ਵੀ 600 ਯੂਨਿਟ ਤੱਕ ਅਸੀਂ ਦਿਆਂਗੇ, ਪਰ ਜੇ 1 ਯੂਨਿਟ ਵੀ ਉੱਪਰ ਆ ਗਿਆ ਫਿਰ 601 ਦੀ ਪੂਰਾ ਤੁਹਾਨੂੰ ਖਰਚਾ ਵਰਚਾ ਦੇਣਾ ਪਊਗਾ। ਉਹਦੇ ਚ ਹੋਇਆ ਕਿ ਭਰਸਨਾ ਇਸ ਗੱਲ ਦੀ ਹੋ ਗਈ ਕਿ 200 ਯੂਨਿਟ ਤੇ ਗਰੀਬਾਂ ਨੂੰ ਪਹਿਲਾਂ ਹੀ, ਜਿਹੜੇ ਐਸਸੀ ਆ, ਹੋਰ ਆ, ਕਈ ਕੈਟੇਗਰੀਜ਼ ਆ ਉਹਦੇ ਚ, ਜਾਂ ਨੀਲੇ ਕਾਰਡ ਧਾਰਕ ਜਾਂ ਇਸ ਕਿਸਮ ਦੇ ਕਈ ਹੈਗੇ, ਉਹਨਾਂ ਨੂੰ ਪਹਿਲਾਂ ਹੀ ਮਿਲ ਰਹੀ ਹੈ 200 ਯੂਨਿਟ। ਤੇ 200 ਯੂਨਿਟ ਤੋਂ ਉੱਪਰ ਜਿਹੜਾ ਖਰਚਾ ਆਉਂਦਾ, 250 ਹੋਵੇ, 250 ਹੋਵੇ, 201 ਹੋਵੇ, ਉਹਦੇ ਉਹਨਾਂ ਕੋਲੋਂ ਪੈਸੇ ਚਾਰਜ ਕੀਤੇ ਜਾਂਦੇ। ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਕੀਤਾ ਵੀ 300 ਤੱਕ ਫ੍ਰੀ, ਤੇ 1 ਮਹੀਨੇ ਦਾ, 2 ਮਹੀਨੇ ਦੇ 600, ਤੇ ਜੇ 601 ਆ ਗਿਆ ਤੇ ਬਸ ਫਿਰ ਸਾਰਿਆਂ ਦੀ ਮੰਜੀ ਠੁੱਕ ਜੂ। ਹੁਣ ਮੈਨੂੰ ਮਨ ਚ ਵੈਸੇ ਹੀ ਸੋਚ ਰਿਹਾ ਸੀ ਵੀ ਮੰਨ ਲਓ ਹੁਣ 28 ਤਰੀਕ ਹੋ ਗਈ ਆ ਸੁਖਵਿੰਦਰ, ਤੇ 600 ਯੂਨਿਟ ਇਧਰੋਂ ਪੂਰੇ ਹੋ ਗਏ ਆ। ਹੁਣ ਗਾਂ 3 ਦਿਨ ਜਿਹੜੇ ਆ, ਜੇ ਤੇ ਉਹ ਚਲਾਉਂਦੇ ਆਪਣੇ ਘਰ ਦਾ ਪੱਖਾ ਜਾਂ ਬਿਜਲੀ ਜਾਂ ਟੀਵੀ ਜਾਂ ਕੁਝ ਵੀ ਚਲਾਉਂਦੇ ਆ, ਉਧਰੋਂ ਇਹ 601 ਹੋ ਜਾਣਾ ਤੇ ਸਾਰਾ ਦੇਣਾ ਪੈਣਾ। ਜਾਂ ਤੇ ਬੰਦਾ ਗਵਾਂਢੀਆਂ ਦੇ ਜਾ ਕੇ ਡੇਰਾ ਲਾ ਲੇ ਵੀ ਸਾਨੂੰ 2-3 ਦਿਨ ਇੱਥੇ ਸੌਣ ਦਿਓ, ਜਾਂ ਫਿਰ ਬਾਹਰ ਬਹਿ ਜਾਵੇ ਮੱਛਰਦਾਨੀ ਲਾ ਕੇ, ਜਾਂ ਪੱਖਾ, ਹੱਥ ਵਾਲਾ ਪੱਖਾ ਲੈ ਕੇ। ਹੋਰ ਕੀ ਕਰਨਾ, ਵੀ ਮੱਛਰ ਲੜਾ ਲਓ, ਬਾਕੀ ਪੈਸੇ ਤੇ 600 ਯੂਨਿਟ ਤੇ ਪੂਰੇ ਬਚਾ ਲਓ। ਮੱਛਰ ਕੱਟੂਗਾ ਕੋਈ ਨਹੀਂ, ਆਪੇ ਹਟ ਜੂਗਾ 1-2 ਦਿਨਾਂ ਚ। ਇਸ ਕਿਸਮ ਦਾ ਇਹ ਬੜੀ ਔਖੀ ਗੱਲ ਸੀ। ਹੁਣ ਇਹਨਾਂ ਨੇ ਵੈਸੇ ਸੰਵਾਰ ਦਿੱਤੀ ਇਹ ਗੱਲ। ਸੰਵਾਰ ਇਹ ਦਿੱਤੀ ਵੀ ਗਰੀਬਾਂ ਨੂੰ 600 ਯੂਨਿਟ ਦੀ ਸਬਸਿਡੀ ਹੈ ਹੀ ਹੈ, ਉਦੋਂ ਉੱਪਰ ਦੇ ਕੱਲੇ ਦੇ ਪੈਸੇ ਲੱਗਣਗੇ, ਜਿੰਨਾ ਉਹਦੇ ਤੋਂ ਉੱਪਰ ਉਹ ਹੋਰ ਖਰਚਾ ਕਰਨਗੇ। ਇਸ ਕਰਕੇ ਉਹ ਦੁਬਿਧਾ ਤੇ ਇਹਨਾਂ ਨੇ ਹੱਲ ਕਰਤੀ। ਪਰ ਜਿਹੜੇ ਟਾਰਗੇਟਡ ਸਬਸਿਡੀ ਦੇ ਵਿੱਚ ਨਹੀਂ ਆਉਂਦੇ, ਐਸਸੀ ਜਾਂ ਹੋਰ ਜਿਹੜੀਆਂ ਕੈਟੇਗਰੀਜ਼ ਨੂੰ ਅਲਾਉਡ ਹੈਗਾ, ਜਨਰਲ ਕੈਟੇਗਰੀ ਕਹਿ ਲਓ ਜਾਂ ਅਦਰ ਦੈਨ ਉਹ ਟਾਰਗੇਟਡ, ਉਹਨਾਂ ਨੂੰ ਸੁਖਵਿੰਦਰ ਉਹੋ ਹੀ ਅਜੇ ਵੀ ਪੰਗਾ ਹੈ ਹੀ ਹੈ। ਉਹ ਤੇ ਫਿਰ ਪੂਰੇ ਦਾ ਪੂਰਾ ਦੇ ਦਿਆ ਕਰਨਗੇ, ਹੋਰ ਕੀ ਕਰਨਾ। ਹੁਣ ਉਹਨਾਂ ਨੂੰ 600 ਤੱਕ ਫ੍ਰੀ ਹੈ, ਬਾਕੀ ਜਿਹੜਾ ਆਊਗਾ ਉਹਦਾ ਫਿਰ ਜੇ 1 ਵੀ ਉੱਪਰ ਆ ਗਿਆ ਤੇ ਫਿਰ 601 ਦੇ ਪੂਰੇ ਪੈਸੇ ਦੇਣੇ ਪੈਣਗੇ। ਉਹ ਪਰ ਯੂਨਿਟ ਜਿਹੜੇ ਚਾਰਜ ਹੋਣਗੇ, ਕਹਿ ਤੇ ਰਹੇ ਸਾਡੇ ਜੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਭਗਵੰਤ ਮਾਨ, ਤੁਹਾਨੂੰ ਪਤਾ ਕਈ ਵਾਰੀ ਉਹ ਫਿਰ ਜੋਸ਼ ਵਿੱਚ ਆ ਕੇ ਵੱਧ ਘੱਟ ਸਾਰਾ ਕਹਿ ਦਿੰਦੇ। ਉਹ ਕਹਿ ਤੇ ਰਹੇ ਆ ਵੀ ਸਭ ਦੇਸ਼ ਤੋਂ, ਪੂਰੇ ਤੋਂ ਸਾਡੇ ਬਿਜਲੀ ਸਸਤੀ ਹੋਊਗੀ। ਵੀ ਬਿਜਲੀ ਸਸਤੀ ਵੀ ਹੋਊਗੀ, ਮੁਫਤ ਵੀ ਹੋਊਗੀ। ਟਿਊਬਵੈਲਾਂ ਦਾ ਜਿਹੜਾ ਪਿੱਛੇ ਜੇ ਖਬਰ ਆਈ ਕਿ 10 ਏਕੜ ਤੋਂ ਉੱਪਰ ਵਾਲਿਆਂ ਤੇ ਹੁਣ ਚਾਰਜ ਲੱਗੂਗਾ, ਕਹਿੰਦੇ ਨਾ ਉਹਦਾ ਵੀ ਰੌਲਾ ਪੈ ਗਿਆ ਹੋਣਾ, ਫੋਨ ਆ ਗਏ ਹੋਣੇ ਆ 10 ਏਕੜਾਂ ਤੋਂ ਉੱਪਰ ਵਾਲਿਆਂ ਦੇ
ਸੰਯੁਕਤ ਕਿਸਾਨ ਮੋਰਚੇ ਦੀ ਵੀ ਕੱਲ ਨੂੰ ਮੀਟਿੰਗ ਹੈ, ਉਹਨਾਂ ਨੇ ਵੀ ਕਹਿ ਤਾਣਾ ਵੀ ਫਿਰ ਮੀਟਿੰਗ ਤੇ ਅਸੀਂ ਘੱਟ ਹੀ ਕਰਾਂਗੇ, ਅਸੀਂ ਬਾਹਰ ਹੀ ਜੇ ਡੰਡਾ ਖੁੰਡਾ ਖੜਕਾਵਾਂਗੇ। ਉਹ ਸਾਰੀ ਚੀਜ਼ ਪਲਟ ਗਈ ਲਾਸਟ ਮੂਮੈਂਟ ਤੇ। ਹੁਣ ਪੈਸਾ ਆਉਣਾ ਕਿੱਥੋਂ ਆ ਉਹ ਤੇ ਨਹੀਂ ਪਤਾ ਲੱਗ ਰਿਹਾ, ਪਰ ਮੁਫਤ ਦਾ ਐਲਾਨ ਜ਼ਰੂਰ ਹੋ ਗਿਆ। ਮੈਂ ਹੁਣੇ ਹੀ, ਤੁਸੀਂ ਐਡਵਰਟਾਈਜ਼ਮੈਂਟ ਅੱਜ ਦੇਖੀ ਹੋਣੀ ਹੈ, ਵੱਡੀ ਐਡਵਰਟਾਈਜ਼ਮੈਂਟ ਆਈ, ਉਹਦੇ ਜੀ 25,000 ਸਰਕਾਰੀ ਨੌਕਰੀਆਂ ਦੇਵਾਂਗੇ, ਹੋਰ 35,000 ਠੇਕੇ ਵਾਲੇ ਮੁਲਾਜ਼ਮ ਪੱਕੇ ਕਰਾਂਗੇ, ਜਿਹੜੇ ਪਹਿਲਾਂ ਹੀ ਰੌਲਾ ਪੈ ਗਿਆ ਆ, ਹਾਈ ਕੋਰਟ ਨੇ ਉਹਨਾਂ ਵਿਰੁੱਧ ਲਿਖ ਕੇ ਦੇਤਾ ਵੀ ਇੰਜ ਤੁਸੀਂ ਕਰ ਨਹੀਂ ਸਕਦੇ। ਤੇ ਆਟਾ ਦਾਲ ਘਰੇ ਘਰੇ ਪਹੁੰਚੂਗਾ ਤੁਹਾਡੇ, ਜਾਣੀ ਤੁਹਾਨੂੰ ਬਾਹਰ ਆ ਕੇ ਦੁਕਾਨ ਤੇ ਤਕਲੀਫ ਉਠਾਉਣ ਦੀ ਲੋੜ ਨਹੀਂ ਹੈਗੀ, ਘਰੇ ਪੈਕਟ ਆ ਜਾਣਗੇ। ਰੋਟੀਆਂ ਹੀ ਬਣਾ ਕੇ ਦੇ ਆਇਆ ਕਰੋ, ਉਹਦੇ ਚ ਕੀ ਹੈ, ਨਾਲੇ ਨੌਕਰੀਆਂ ਮਿਲ ਜਾਣਗੀਆਂ ਲੋਕਾਂ ਨੂੰ ਇੱਕ ਇੱਕ। ਹਾਂ, ਇਸੇ ਤਰੀਕੇ ਨਾਲ ਇਸ ਕਿਸਮ ਦੇ ਵਾਅਦਿਆਂ ਦੀ ਝੜੀ ਹੈਗੀ ਹੈ। ਉਹ ਮੈਂ 10-12 ਤੁਸੀਂ ਐਡਾ ਵੱਡਾ ਫੁੱਲ ਪੇਜ ਕੱਢਾ ਹੁੰਦਾ ਅਖਬਾਰ ਦਾ, ਐਡਵਰਟਾਈਜ਼ਮੈਂਟ ਆ, 1 ਮਹੀਨੇ ਦੇ ਜਿਹੜੇ ਆ ਅਸੀਂ ਕੀ ਕੁਝ ਕੀਤਾ, ਤੇ 300 ਯੂਨਿਟ ਤੇ ਟੌਪ ਤੇ ਹੈ ਹੀ ਹੈ। ਇਹ ਤੇ ਚਲੋ ਇੱਕ ਗੱਲ ਹੋ ਗਈ। 101 ਕਰੋੜ ਰੁਪਈਆ ਹੋਰ ਲੋਕਾਂ ਦਾ ਦੇਣਾ ਸੀ, ਉਹ ਅਸੀਂ ਦੇ ਦਿੱਤਾ ਕਿਸਾਨਾਂ ਦਾ। ਤੇ 1000 ਕਰੋੜ ਜਿਹੜਾ ਪੈਸਾ ਦਿੱਲੀ ਤੋਂ ਫਸਿਆ ਸੀ, ਉਹ ਜੇ ਉਹਨੂੰ ਕੱਢ ਦਿਓ ਬਾਹਰ, ਬਾਕੀ ਦੇ ਜੇ ਕਿ ਆਹ ਐਲਾਨ ਕੀਤਾ, ਆਹ ਭਰੋਸਾ ਦਿੱਤਾ, ਆਹ ਕਰ ਦਿਆਂਗੇ, ਆਹ ਹੋ ਜਾਊਗਾ, ਆਹ ਆਰਡਰ ਚਲੇ ਗਿਆ, ਇਸ ਕਿਸਮ ਦੀਆਂ ਸਾਰੀਆਂ ਗੱਲਾਂ। ਫਿਰ ਤੇ ਹੁਣ ਜਿਹੜੀ ਵੀ ਚੀਜ਼ ਰੋਜ਼ ਦੇ ਸਰਕੂਲਰ ਨਿਕਲਦੇ ਆ ਸਰਕਾਰ ਵੱਲੋਂ, ਕੈਬਨਿਟ ਵੱਲੋਂ, ਉਹ ਰੋਜ਼ ਹੀ ਇੱਕ ਵੱਡਾ ਇਸ਼ਤਿਹਾਰ ਦੇ ਦਿਆ ਕਰੋ ਬਈ। ਫਿਰ ਆਹ ਹੀ ਕੰਮ ਆ, ਜੋ ਵੀ ਜਿੰਨੇ ਵੀ ਦਸਤਖਤ ਹਰੀ ਝੰਡੀ ਦੇ ਨਾਲ ਹੋ ਰਹੇ ਆ, ਇਹ ਕੀ ਕੰਮ ਆ? ਕੰਮ ਕਰੋ ਤੇ ਲੋਕਾਂ ਨੂੰ ਪਤਾ ਨਹੀਂ ਲੱਗੂ। ਜੇ ਤੁਹਾਨੂੰ ਘਰ ਆ ਕੇ ਕੋਈ ਸੁੱਖ ਦਿੰਦਾ, ਕੋਈ ਭੁੱਲਦੇ ਆ ਆਪਾਂ ਸਾਰੇ ਜਾਣੇ? ਆਪਾਂ ਨਹੀਂ ਭੁੱਲਦੇ ਹੈ। ਇਸ ਲਈ ਇਹ ਲੋਕਾਂ 'ਚ ਤੁਸੀਂ ਪਰਸੈਪਸ਼ਨ ਕ੍ਰੀਏਟ ਕਰਨੀ, ਜਾਂ ਇੱਕ ਭਰਮ ਭਾਅ ਜਿਹਾ ਪੈਦਾ ਕਰਨਾ ਕਿ ਬਹੁਤ ਕੁਝ ਹੋ ਰਿਹਾ, ਫਿਕਰ ਨਾ ਕਰੋ, ਆ ਚੱਕੀ ਜਾਂਦੇ ਕੰਮ ਨੂੰ, ਆਹ ਦੇਖੋ ਹੁਣੇ ਹੀ ਐਲਾਨ ਹੋ ਗਿਆ। ਐਲਾਨ ਪਿਛਲੀ ਵਾਰ ਨੂੰ ਵੀ ਉਹਨੂੰ ਐਲਾਨ ਮੰਤਰੀ ਕਹਿ ਰਹੇ ਸੀਗੇ ਕਿ ਐਲਾਨ ਜੀਤ ਹੋ ਗਿਆ। ਇਹ ਕਿਤੇ ਇੰਝ ਹੀ ਨਾ ਹੋ ਜਾਏ। ਰਹੀ ਗੱਲ ਕਿ ਇਹ ਚੱਲੂ ਕਿ ਨਹੀਂ ਚੱਲੂ, ਇਹ ਕਈਆਂ ਨੇ ਸਵਾਲ ਮੈਨੂੰ ਸਵੇਰ ਦਾ ਮੀਡੀਆ ਨੇ ਪੁੱਛਿਆ ਵੀ ਦੇ ਤੇ ਦੇਣਗੇ, ਵੀ ਚੱਲੂ ਕਿ ਨਹੀਂ ਚੱਲੂ। ਇਹਦੇ ਬਾਰੇ ਕਹਿਣਾ ਬੜਾ ਮੁਸ਼ਕਲ ਹੈ। ਕਿਉਂ? ਜਦ ਤੱਕ ਇਹ ਸਾਧਨ ਆਪਣੇ ਦੱਸਦੇ ਨਹੀਂ ਵੀ ਕਿੱਥੇ ਕਿੱਥੇ ਕਿੱਥੋਂ ਕਿੱਥੋਂ ਪੈਸਾ ਇਕੱਠਾ ਕਰਨਗੇ। ਹੁਣ ਜੇ ਹੱਥ ਆਧਾਰਾ ਲੈ ਕੇ ਕੰਮ ਦੇ ਸੂਬੇ ਨੂੰ ਚਲਾਉਣਾ, ਜਿਵੇਂ ਅਗਲੀਆਂ ਸਰਕਾਰਾਂ ਚਲਾਉਂਦੀਆਂ ਰਹੀਆਂ, 20,000 ਕਰੋੜ ਰੁਪਈਆ ਤੇ ਵੈਸੇ ਹੀ ਵਿਆਜ ਦੇ ਉੱਤੇ ਹੀ ਨਿਕਲ ਜਾਂਦਾ। ਬਹੁਤ ਸਾਡਾ ਮਤਲਬ ਕਾਫੀ ਵੱਡਾ ਅਮਾਉਂਟ ਸਾਡਾ ਵਿਆਜ, ਜਿਹੜਾ ਟੋਟਲ ਪੈਸਾ ਲਿਆ ਕਰਜ਼ਾ, ਉਹਦੇ ਤੇ ਵਿਆਜ ਤੇ ਹੀ ਨਿਕਲ ਜਾਂਦਾ। ਤੇ ਇੱਕ ਵੱਡਾ ਅਮਾਉਂਟ ਸਾਡਾ ਪੈਨਸ਼ਨਾਂ ਤੇ ਤਨਖਾਹਾਂ ਤੇ ਨਿਕਲ ਜਾਂਦਾ। ਐਵੇਂ 5-7 ਕਰੋੜ 5-7 ਹਜ਼ਾਰ ਕਰੋੜ ਰੁਪਈਆ ਬਚਦਾ, ਉਹਦੇ ਚ ਕੀ ਗੰਜੇ ਨੇ ਨਹਾਉਣਾ, ਕੀ ਨਿਚੋੜਨਾ। ਉਹ ਕਾਫੀ ਇਹ ਗੱਲ ਦਾ ਸਮਝ ਲਓ, ਤੇ ਉਹਦੇ ਚੋਂ ਇਹ ਸਬਸਿਡੀਆਂ ਜਾਣੀਆਂ। ਪਰ ਮੈਂ ਇੱਕ ਗੱਲ ਹੋਰ ਇਹਦੇ ਚ ਵਲ ਵਾਲੀ ਗੱਲ, ਕਿਉਂਕਿ ਕੇਜਰੀਵਾਲ ਹੈ ਨਾ, ਕੇਜਰੀਵਾਲ ਦੀ ਜਿਹੜੀ ਹੈ ਨਾ ਚੀਜ਼, ਉਹ ਬੜੀ ਸ਼ਰਾਰਤੀ ਹੁੰਦੀ ਹੈ। ਜੇ ਤੁਸੀਂ ਥੋੜੀ ਜਿਹੀ ਦੇਖੋ ਨਾ ਧਿਆਨ ਨਾਲ, ਤੁਹਾਡੇ ਕੋਲ ਫੜੀ ਨਹੀਂ ਜਾਂਦੀ। ਅਸਲ ਮਾਨੇ ਜਿਨ੍ਹਾਂ ਨੇ 100 ਯੂਨਿਟ ਦਿੱਤਾ ਸੁਖਵਿੰਦਰ, ਤੇ ਢੋਲ 300 ਦਾ ਵਜਾਇਆ। ਇਹ ਦੱਸੋ, ਪੋਸਟਰਾਂ 'ਚ ਵੀ ਲਿਖਿਆ, ਅੱਜ ਦੇ ਇਸ਼ਤਿਹਾਰਾਂ 'ਚ ਵੀ ਵੱਡਾ ਕਰਕੇ 300 ਯੂਨਿਟ ਮੁਫਤ। ਭਈ 200 ਤੇ ਪਹਿਲਾਂ ਹੀ ਲੈ ਰਹੇ ਅਗਲੇ, 300 ਯੂਨਿਟ ਕਿਹੜੇ ਦੇਤੇ ਤੁਸੀਂ? ਇਹ ਹੈ ਨਾ ਝੂਠ ਫਰੇਬ, ਨਾ ਧੋਖਾ। ਭਈ ਜਿਹੜੇ ਤੁਹਾਨੂੰ ਅੱਗੇ ਮੈਂ 200 ਯੂਨਿਟ ਦੇ ਰਿਹਾ, 100 ਮੈਂ ਪਾ ਕੇ 300 ਕਰ ਲਿਆ, ਮੈਂ 300 ਦਾ ਢੋਲ ਥੋੜੀ ਵਜਾ ਸਕਦਾ, ਮੈਂ ਤੇ 100 ਦਾ ਵਜਾ ਸਕਦਾ। ਵੀ ਤੁਹਾਨੂੰ ਮੈਂ 100 ਯੂਨਿਟ ਹੋਰ ਦੇ ਰਿਹਾ, 300 ਪਿਛਲੀਆਂ ਸਰਕਾਰਾਂ ਵਾਲਾ ਤੁਹਾਨੂੰ ਮਿਲਦਾ ਰਹੂਗਾ। ਇਹ ਆ ਪਰਸੈਪਸ਼ਨ ਕ੍ਰੀਏਟ ਕਰਨ ਦੀ ਗੱਲ। ਇਸੇ ਕਰਕੇ ਕੁਛ ਤੇ ਪਹਿਲੀਆਂ ਹੀ ਜਿਹੜੀਆਂ ਸਬਸਿਡੀਆਂ ਮਿਲ ਰਹੀਆਂ, ਉਹਨਾਂ ਚੋਂ ਹੀ ਜਾਣਾ, ਜਿਸ ਤਰ੍ਹਾਂ ਪਹਿਲਾਂ ਜਾ ਰਿਹਾ। 100 ਯੂਨਿਟ ਦਾ ਇਹਨਾਂ ਦਾ 1000-1500 ਕਰੋੜ ਰੁਪਈਆ ਹੋਰ ਬਣਨਾ, ਉਹਨਾਂ ਕੁ ਕਰ ਦੇਣਗੇ। ਪਰ ਜਿਹੜੀਆਂ ਦਿੱਲੀ ਦੇ ਮਾਡਲ ਚੋਂ ਖਬਰਾਂ ਨਿਕਲ ਕੇ ਆ ਰਹੀਆਂ, ਕਿ ਜਿਹੜੇ ਇਹ ਕਹਿ ਰਹੇ ਆ ਕਿ ਅਸੀਂ ਕਮਰਸ਼ੀਅਲ ਰੇਟ ਵੀ ਨਹੀਂ ਵਧਾਉਣੇ, ਇੰਡਸਟਰੀ ਦੇ ਰੇਟ ਵੀ ਨਹੀਂ ਵਧਾਉਣੇ, ਟਿਊਬਵੈੱਲਾਂ ਨੂੰ ਬਿਜਲੀ ਵੀ ਮੁਫਤ ਜਾਣੀ ਆ। ਦਸੰਬਰ 31 2021, ਪਿਛਲੇ ਸਾਲ ਦੇ ਦਸੰਬਰ 31 ਤੱਕ 2 ਕਿਲੋਵਾਟ ਦੇ ਜਿਹੜੇ ਕਨੈਕਸ਼ਨ ਨੇ, ਉਹਨਾਂ ਦੇ ਸਾਰੇ ਬਕਾਏ ਵੀ ਖਤਮ ਕਰ ਦੇਣੇ। ਕਿਉਂਕਿ ਉਹ ਪਹਿਲਾਂ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਕਹਿ ਗਿਆ ਸੀ, ਉਹ ਤੇ ਲਾਗੂ ਕਰਨਾ ਪਊਗਾ, ਨਹੀਂ ਤੇ ਲੋਕ ਖਾਟ ਖੜੀ ਕਰ ਦੇਣਗੇ। ਇਹ ਸਾਰਾ ਕੁਝ ਕਰਨ ਤੋਂ ਬਾਅਦ 12-14 ਹਜ਼ਾਰ ਕਰੋੜ ਰੁਪਈਆ ਖਰਚ ਕੇ ਬਾਕੀ ਹੱਲੇ ਪੱਲੇ ਕਿੱਥੋਂ ਰਹੂਗਾ? ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਚੱਲੂ ਕਿ ਵੈਸੇ ਹੀ ਵਿੱਚ ਹੀ, ਜਿਸ ਤਰ੍ਹਾਂ ਉਹ ਮਾੜੀ ਛੁਰਲੀ ਜੀ ਹੁੰਦੀ ਚੱਕੀ, ਉਹ ਫੁਰ ਜਿਹਾ ਕਰਕੇ ਕੋਈ ਨਜ਼ਾਰਾ ਦਿੰਦੀ ਨਹੀਂ ਹੈ। ਵੀ ਸਰਕਾਰ ਹੈ ਜੇ ਚੱਲ ਜਾਊਗੀ। ਸਾਨੂੰ ਜ਼ਿਆਦਾ ਚਿੰਤਾ ਵੀ ਇਹ ਦੱਸੋ ਵੀ ਤੁਸੀਂ ਪੈਸੇ ਕਿੱਥੋਂ
ਕਮਾਊ ਪੁੱਤ ਕਿਵੇਂ ਬਣ ਰਹੇ ਆ, ਉਹ ਪੈਸੇ ਕਿੱਥੋਂ ਆ ਰਹੇ ਆ। ਜਿਹੜਾ ਰੇਤਾ ਬਜਰੀ ਵਾਲਾ ਮਾਫੀਆ ਉਹਨੂੰ ਕਾਰਪੋਰੇਸ਼ਨ ਬਣਾ ਕੇ ਪੈਸੇ ਇਕੱਠੇ ਹੋ ਗਏ, दारू वाला माफिया ਉਹਦੀ ਕਾਰਪੋਰੇਸ਼ਨ ਬਣਾ ਕੇ ਪੈਸੇ ਸਰਕਾਰ ਨੂੰ ਆਉਣੇ। ਇਹ 20,000 ਕਰੋੜ ਤੇ ਕੇਜਰੀਵਾਲ ਕਹਿੰਦਾ ਵੀ ਰੇਤਾ ਤੋਂ ਜਾਂ ਰੇਤਾ ਨਾ ਹੋ ਗਿਆ ਵਿੱਚ, ਕਿਤੇ ਸੋਨਾ ਤੇ ਨਹੀਂ ਆਉਣ ਲੱਗ ਪਿਆ ਰੇਤਾ ਦੇ ਵਿੱਚ ਵੀ ਉਹ ਇਕੱਠਾ ਕਰਕੇ 20,000 ਕਰੋੜ ਰੁਪਇਆ ਸਰਕਾਰੀ ਖਜ਼ਾਨੇ 'ਚ ਆਜੂ ਰੁੜ ਰੁੜ ਕੇ ਆ ਰਿਹਾ। ਹੱਦ ਹੀ ਹੋ ਗਈ ਹੈ। 2,000 ਕਰੋੜ ਤੋਂ ਵੱਧ ਨਹੀਂ ਇਹ ਜੇ ਕਾਰਪੋਰੇਸ਼ਨ ਵੀ ਬਣਾ ਲੈਣ, ਬਣਾਉਣ 2 3 4 ਹੱਦ 4 ਇੰਨਾ ਨਹੀਂ। ਤੇ ਫਿਰ ਜੇ ਇਹਨਾਂ ਨੇ ਜ਼ਿਆਦਾ ਇਕੱਠਾ ਕੀਤਾ ਪੈਸਾ, ਇਹਦਾ ਮਤਲਬ ਇਹ ਹੋਊਗਾ ਕਿ ਲੋਕਾਂ ਨੂੰ ਫਿਰ ਚੀਜ਼ਾਂ ਸਸਤੀਆਂ ਨਹੀਂ ਮਿਲਣੀਆਂ। ਕਿੱਥੋਂ ਆਉਣੇ ਪੈਸੇ? ਪੈਸੇ ਰੁੜਦੇ ਥੋੜੀ ਜਾਂਦੇ ਕਿ ਜਾਲ ਲਾ ਕੇ ਕੇਜਰੀਵਾਲ ਨੇ ਇਕੱਠੇ ਕਰਕੇ ਤੇ ਸਰਕਾਰ ਦੇ ਖਜ਼ਾਨੇ 'ਚ ਪਾ ਦੇਣੇ ਆ ਪੈਸੇ। ਉੱਥੇ ਤੇ ਰੇਤ ਰੁੜਦੀ ਜਾਂਦੀ ਹੈ ਜਾਂ ਗੀਟੇ ਰੁੜਦੇ ਆ ਜਿਹੜੇ ਇਕੱਠੇ ਕਰਕੇ ਤੇ ਉਹਨੂੰ ਵੇਚ ਕੇ ਪੈਸੇ ਮਿਲਣੇ। ਤੇ ਜੇ ਉਹਦੀ ਕੀਮਤ ਹੀ ਇੰਨੀ ਹੋ ਜੂਗੀ ਕਿਉਂਕਿ ਸਰਕਾਰ ਨੂੰ ਪੈਸੇ ਚਾਹੀਦੇ, ਭੁੱਖੀ ਮਰਦੀ ਹੈ, ਫਿਰ ਲੋਕਾਂ ਨੂੰ ਸਸਤਾ ਕੁਝ ਨਹੀਂ ਮਿਲਣਾ। ਜੇ ਲੋਕਾਂ ਨੂੰ ਸਸਤਾ ਦੇਣਾ ਫਿਰ ਪੈਸਾ ਆਉਣਾ ਕਿੱਥੋਂ ਆ? ਇਹ ਸਾਰੀਆਂ ਗੱਲਾਂ ਕੋਈ ਰੱਖਦਾ ਨਹੀਂ ਹੈ। ਵੱਡੇ ਗਪੌੜ ਛੱਡ ਕੇ ਲੋਕਾਂ ਦਾ ਬੇਵਕੂਫ ਬਣਾਈ ਜਾਂਦੇ। ਪਰ ਅੱਜ ਸਭ ਤੋਂ ਵੱਡਾ ਮੂਲ ਮੁੱਦਾ ਜਿਹੜਾ ਚਰਚਾ ਦਾ ਉਹ ਆਹ ਹੀ ਬਣਿਆ ਵੀ ਆ ਗਈ ਬਿਜਲੀ, ਆ ਗਈ ਬਿਜਲੀ। ਮੈਨੂੰ ਡਰ ਹੋ ਰਿਹਾ ਸੁਖਵਿੰਦਰ ਕਿ ਬਿਜਲੀ ਆਉਂਦੀ ਰਹੇ ਕਿਤੇ ਸਸਤੀ ਮਹਿੰਗੀ। ਮੈਂ ਹੁਣੇ ਕਿਸੇ ਨਾਲ ਗੱਲ ਕਰ ਰਿਹਾ ਸੀ, ਇੱਕ ਵਾਰੀ ਸਨੋਫਾਲ ਹੋ ਗਿਆ ਸ਼ਿਮਲੇ 'ਚ ਬਹੁਤ ਜ਼ਿਆਦਾ, 25-30 ਸਾਲ ਪਹਿਲਾਂ ਦੀ ਗੱਲ, ਅਸੀਂ ਉੱਥੇ ਸੀ ਤੇ ਲਾਈਨਾਂ ਕੱਟੀਆਂ ਗਈਆਂ ਥੱਲਿਓਂ। ਤੈਨੂੰ ਪਤਾ ਜਦੋਂ ਸੜਕਾਂ ਕੱਟੀਆਂ ਗਈਆਂ, ਸਨੋਫਾਲ ਹੋ ਗਿਆ, ਕੋਈ ਚੀਜ਼ ਆਵੇ ਨਾ। ਟੂਰਿਸਟ ਗਏ ਹੋਏ ਸੀ। ਜਿਹੜੀ ਬ੍ਰੈਡ 2-2.5 ਰੁਪਏ ਦੀ ਮਿਲਦੀ ਸੀ ਉਹ 25-25 ਰੁਪਏ ਦੀ ਵਿਕ ਗਈ। ਇਹੀ ਹਾਲਤ ਕਿਤੇ ਇਹ ਨਾ ਹੋਵੇ ਉਹ ਬਿਜਲੀ ਭੇਜ ਦਿਓ, ਸਾਡੇ ਕੋਲ 15 ਰੁਪਏ ਯੂਨਿਟ ਲੈ ਲਓ, 20 ਰੁਪਏ ਯੂਨਿਟ ਲੈ ਲਓ, 25 ਰੁਪਏ ਯੂਨਿਟ ਲੈ ਲਓ, ਪਰ ਭੇਜ ਤੇ ਦਿਓ। ਸਾਡਾ ਤੇ ਫ੍ਰਿਜ ਵੀ ਸਾਰਾ ਸਮਾਨ ਖਰਾਬ ਹੋ ਗਿਆ ਤੇ ਰਾਤ ਨੂੰ ਨੀਂਦ ਵੀ ਨਹੀਂ ਆਈ। ਤੇ ਆਉਣ ਵਾਲਾ ਸਮਾਂ ਜਿਸ ਤਰ੍ਹਾਂ ਕਹਿਰ ਗਰਮੀ ਦਾ ਵਰਸ ਰਿਹਾ, ਅੱਗ ਵਰਸ ਰਹੀ ਹੈ ਐਤਕੀ, ਤੁਹਾਨੂੰ ਪਤਾ ਹੈ ਸਾਰਾ। अब 20-25% ਝਾੜ ਘਟ ਗਿਆ ਕਣਕ ਦਾ, ਉਹ ਤੇ ਦਿਖਦਾ ਹੀ ਸੀਗਾ। ਇਹਨਾਂ ਨੇ ਤਾਂ ਬਾਅਦ ਚ ਕਹਿਣਾ ਸ਼ੁਰੂ ਕੀਤਾ, ਅਸੀਂ ਤਾਂ ਪਹਿਲਾਂ ਹੀ ਕਹਿਣਾ ਸ਼ੁਰੂ ਕਰਤਾ ਸੀ ਵੀ ਜਿੰਨੀ ਤੇਜ਼ੀ ਨਾਲ ਹੀਟ ਵੱਧ ਰਹੀ ਹੈ ਔਰ ਨਮੀ ਹੈ ਨਹੀਂ, ਲੋ ਹਿਊਮਿਡਿਟੀ ਹੋ ਗਈ ਆ, ਬਾਰਿਸ਼ ਪਈ ਨਹੀਂ, ਤੇ ਝਾੜ ਘਟੂਗਾ। ਝਾੜ ਘਟਣਾ ਹੀ ਸੀ, ਉਹ ਘਟ ਗਿਆ। ਉਹ ਕਿਸਾਨਾਂ ਨੂੰ ਬਹੁਤ ਕਸਾਰਾ ਲੱਗਾ। ਹੁਣ ਉਹ ਮੰਗ ਰਹੇ ਕਿ ਸਾਨੂੰ ਮੁਆਵਜ਼ਾ ਦਿਓ। ਇਸੇ ਹੀ ਹੀਟ ਦੀ ਵੇਵ ਜੇ ਇਸੇ ਤਰ੍ਹਾਂ ਹੀ ਜਾਰੀ ਰਹੀ ਤੇ ਸਵਾਲ ਇਹ ਨਹੀਂ ਹੈ ਵੀ ਮੁਫਤ ਮਿਲ ਰਹੀ ਹੈ ਕਿ ਮਹਿੰਗੀ ਮਿਲ ਰਹੀ ਹੈ ਕਿ ਸਸਤੀ ਮਿਲ ਰਹੀ। ਉਹ ਮਿਲੇ ਤੇ ਸਹੀ ਹੈ, ਲੋਕਾਂ ਨੇ ਰੌਲਾ ਪਾ ਕੇ ਬਹਿ ਜਾਣਾ। ਤੁਸੀਂ ਦੇਖਿਓ, ਚਾਹੁੰਦੇ ਅਸੀਂ ਇਹੀ ਹੈ ਕਿ ਜੇ ਰੱਬ ਦਾ ਕੋਈ ਮਿਹਰ ਹੋ ਜੇ ਤੇ 1-2 ਬਾਰਿਸ਼ਾਂ ਚੰਗੀਆਂ ਵੇਲੇ ਸਿਰ ਹੋ ਜਾਣ, ਫਿਰ ਬਚਾਅ ਹੋ ਸਕਦਾ। ਨਹੀਂ ਤੇ ਭਗਵੰਤ ਮਾਨ ਹੁਣਾਂ ਨੂੰ ਜਾ ਕੇ ਇੱਕ ਵਾਰੀ ਅੰਮ੍ਰਿਤਸਰ ਅਰਦਾਸ ਜ਼ਰੂਰ ਕਰਨੀ ਪੈਣੀ ਆ ਕਿ ਇਹ ਪ੍ਰਮਾਤਮਾ ਹੁਣ ਤੂੰ ਹੀ ਬਚਾ। ਅਸੀਂ ਗਲਤੀਆਂ ਤੇ ਬੜੀਆਂ ਕੀਤੀਆਂ, ਲੋਕਾਂ ਨਾਲ ਵਾਅਦੇ ਤੇ ਬੜੇ ਵੱਡੇ ਕੀਤੇ ਆ, ਨਿਭ ਨਹੀਂ ਰਹੇ, ਲੋਕ ਡਾਂਗਾ ਲੈ ਕੇ ਖੜੇ ਆ, ਅਸੀਂ ਕੀ ਕਰੀਏ, ਸਾਡੀ ਮਦਦ ਕਰ। ਤੇ ਫਿਰ ਜੇ ਰੱਬ ਦੀ ਮਿਹਰ ਹੋ ਜੇ ਤੇ ਸ਼ਾਇਦ ਮੀਂਹ ਪੈ ਜੇ ਤੇ ਉਹ ਬਿਜਲੀ ਦਾ ਜਿਹੜਾ ਜਿੰਨਾ ਘਾਟਾ ਉਹ ਪੂਰਾ ਹੋ ਜੇ। ਜੋ ਚੱਲ ਰਿਹਾ ਉਹ ਪੂਰੇ ਦੇਸ਼ 'ਚ ਲੋੜ ਪੈ ਜਾਣੀ ਹੈ। ਗ੍ਰਿਡ ਅਚਾਨਕ ਥੋੜੀ ਜਿਹੀ ਕੋਈ ਬਿਜਲੀ ਪੈਦਾ ਹੋ ਜਾਣੀ ਹੈ। ਜਦੋਂ ਗ੍ਰਿਡ ਤੋਂ ਵੀ ਜੇ ਖਰੀਦਣੀ ਆ ਤੇ ਉਹ ਮਹਿੰਗੀ ਮਿਲਣੀ ਆ ਬਹੁਤ। ਤੇ ਮਹਿੰਗੀ ਦਾ ਮਤਲਬ ਪੈਸਾ ਜਾਂ ਤੂੰ ਕਰਜ਼ਾ ਲਓਗੇ, ਕਰਜ਼ਾ ਹੋਰ ਲਿਆ ਨਹੀਂ ਜਾਣਾ, ਪਹਿਲਾਂ ਹੀ ਬਹੁਤ ਲਿਆ। 53% GDP ਦਾ ਸਾਡਾ ਕਰਜ਼ਾ ਪਹਿਲਾਂ ਹੀ ਚੱਲ ਰਿਹਾ, ਜਿੰਨੀ ਟੋਟਲ ਸਾਡੀ ਹੈਗੀ ਆ। ਉਹ ਕਾਫੀ ਹਾਈ ਹੁੰਦਾ। ਜੇ ਹੋਰ ਲਈ ਜਾਣਗੇ ਤੇ ਫਿਰ ਮੁਸ਼ਕਲਾਂ ਹੋਰ ਵਧਣਗੀਆਂ। ਹਾਂਜੀ, ਇਹ ਹਾਲਾਤ ਕਹਿੰਦੇ ਜਿਵੇਂ ਦੇ ਉਧਰ ਸ਼੍ਰੀਲੰਕਾ ਵਾਲੇ ਪਾਸੇ ਪਏ ਨੇ, ਤੇ ਇਧਰੋਂ ਕਹਿੰਦੇ ਕੇਂਦਰ ਸਰਕਾਰ ਨੂੰ ਵੀ ਬੜਾ ਮਿਨਿਸਟਰਸ ਜਿਹੜੇ ਇਹਨਾਂ ਦੇ ਸੈਕਟਰੀਏਟ ਦੇ ਵਿੱਚ ਅਧਿਕਾਰੀ ਨੇ ਉਹ ਸਾਰੇ ਕਹਿ ਰਹੇ ਨੇ। ਪੰਜਾਬ ਸਰਕਾਰ ਨੂੰ ਵੀ ਕਹਿੰਦੇ ਹੋਣੇ ਕਿ ਤੁਸੀਂ ਆ ਕੀ ਕਰੀ ਜਾਂਦੇ ਹੋ। ਹਰਿਆਣੇ ਤੇ ਹਿਮਾਚਲ ਵਾਲੇ ਵੀ ਤੁਰ ਪਏ ਉਸੇ ਰਾਹ ਦੇ ਉੱਤੇ ਕਿ ਦੇ ਦਿਓ ਜਿੰਨਾ ਕੁਝ ਖਜ਼ਾਨੇ ਦੇ ਵਿੱਚ ਹੈਗਾ ਫ੍ਰੀ ਕਰਕੇ ਲੁਟਾ ਦਿਓ, ਭਾਵੇਂ ਨਾ ਵੀ ਹੋਵੇ, ਭਾਵੇਂ ਆਪਣੀ ਜੇਬ ਚੋਂ ਹੁਣ ਦੇਣਾ ਪਏ ਤੇ ਅਗਲੀ ਵਾਰੀ ਭਾਵੇਂ ਲੁੱਟ ਖਾ ਲਈਏ। ਪਰ ਸਵਾਲ ਪ੍ਰੋਫੈਸਰ ਸਾਹਿਬ ਫੇਰ ਉੱਤੇ ਕਿ ਜੇ ਉਦਾਂ ਦੇ ਹਾਲਾਤ ਪੈਦਾ ਹੋ ਗਏ ਜਿਵੇਂ ਪੈਟਰੋਲ ਨੂੰ ਅੱਗ ਲੱਗੀ ਆ, ਡੀਜ਼ਲ ਨੂੰ ਲੱਗੀ ਆ, ਰਸੋਈ ਗੈਸ ਨੂੰ ਲੱਗੀ ਆ, ਸਰੋਂ ਦੇ ਤੇਲ ਨੂੰ, ਇੱਥੋਂ ਤੱਕ ਕਿ ਨਿੰਬੂਆਂ ਨੂੰ ਵੀ ਅੱਗ ਲੱਗੀ ਆ, ਤੇ ਜੇ ਇਹ ਹਾਲ ਰਿਹਾ ਉਧਰ ਲੁੱਟ ਉਧਰ ਵੀ ਮੱਚੀ ਹੋਈ ਹੈ, ਇੱਧਰ ਵੀ ਲੁੱਟ ਮਚਾ ਦੇਣੀ। ਮੈਂ ਮਜ਼ਾਕ 'ਚ ਨਹੀਂ ਕਹਿੰਦਾ। ਮੈਂ ਸ਼ਨੀਚਰਵਾਰ ਸਬਜ਼ੀ ਤੇ ਫਲ ਫਰੂਟ ਖਰੀਦਣ ਜਾਣਾ, ਮੇਰੇ ਕੋਲ ਗਵਾਹ ਵੀ ਹੈ, ਮੈਂ ਇੱਥੇ ਦਿਖਾ ਸਕਦਾ ਤੁਹਾਨੂੰ ਕੈਮਰੇ ਤੇ, ਜਿਹੜਾ ਨਾਲ ਗਵਾਹ ਆ। ਉਹਨੂੰ ਨਿੰਬੂ ਲੈਣੇ। ਮੈਂ ਕਿਹਾ ਛੱਡ, 3-4 ਫ੍ਰਿਜ 'ਚ ਪਏ ਆ ਵੀ ਕਈ ਵਾਰੀ ਸੁੱਟਣੇ ਪੈਂਦੇ ਆ। ਨਾ ਉਹ ਜਦੋਂ ਨਿੰਬੂ ਫੜਦੇ ਹੱਥ 'ਚ ਤੋਲਣ ਲੱਗੇ, ਉਹ ਕਹਿੰਦਾ ਜੀ 70 ਰੁਪਏ ਦੇ ਦਿਓ ਪਾਈਆ ਦਾ। ਮੈਂ ਕਿਹਾ 2 ਨਿੰਬੂ ਦੇ ਦੇ ਜਿੰਨੇ ਦੇ ਆਉਂਦੇ ਆ, 20 ਰੁਪਈਆਂ ਦੇ 2 ਨਿੰਬੂ ਲੈ ਆਏ। ਮੈਂ ਆਪਣੀ ਗੱਲ ਦੱਸ ਰਿਹਾ, ਮੈਂ ਇਹਦੇ 'ਚ ਕੋਈ ਮਜ਼ਾਕ ਦੀ ਗੱਲ ਨਹੀਂ ਕਰ ਰਿਹਾ, ਮੈਂ ਸੱਚੀ ਗੱਲ ਸ਼ੇਅਰ, ਕਿਉਂਕਿ 3-4 ਪਹਿਲਾਂ ਪਏ ਸੀ, ਹਫ਼ਤਾ ਲੰਘ ਜੂਗਾ।
ਮੈਂ ਇਹ ਤਾਂ ਤੁਸੀਂ 280 ਰੁਪਏ ਕਿਲੋ ਹੋ ਗਏ। ਇਹ ਹਾਲਤ ਬਣੀ ਹੋਈ ਹੈ ਗਰਮੀ ਕਰਕੇ। ਮੈਂ ਇਹੀ ਤੇ ਗੱਲ ਕਹਿ ਹੀ ਰਿਹਾ, ਤੁਸੀਂ ਠੀਕ ਕਹਿ ਰਹੇ ਆ। ਪਰ ਜਿਹੜੀ ਸਭ ਤੋਂ ਤੁਸੀਂ ਹੋਰ ਮੁੱਦਾ ਖੜਾ ਕੀਤਾ ਉਹ ਬਹੁਤ ਇੰਪੋਰਟੈਂਟ ਮੁੱਦਾ। ਸਾਡਾ ਇਲੈਕਸ਼ਨ ਕਮਿਸ਼ਨ ਜਦ ਤੱਕ ਆਪਣਾ ਡੰਡਾ ਇਲੈਕਸ਼ਨ ਦੇ ਦੌਰਾਨ ਨਹੀਂ ਕੱਢ ਕੇ ਦਿਖਾਉਂਦਾ, ਛੰਟਾ ਨਹੀਂ ਲੈ ਕੇ ਆਉਂਦਾ, ਉਦੋਂ ਤੱਕ ਇਹ ਕੁਝ ਚੱਲਦਾ ਰਹੂਗਾ। ਇਹਨਾਂ ਨੂੰ ਤਾਂ ਮੌਜਾਂ ਲੱਗੀਆਂ। ਮੈਨੂੰ ਦੱਸੋ ਤੇ ਕੇਜਰੀਵਾਲ ਦੇ ਕੋਈ ਵੱਡੇ ਵੱਡੇ ਕੈਲੀਫੋਰਨੀਆ ਵਰਗੇ ਬਦਾਮਾਂ ਦੇ ਫਾਰਮ ਹੈ ਕਿ ਜਿਹੜੇ ਬਦਾਮ ਵੇਚ ਕੇ ਇਹ ਲੋਕਾਂ ਨੂੰ ਮੁਫਤ ਬਿਜਲੀ ਦੇ ਰਿਹਾ। ਕੇਜਰੀਵਾਲ ਦਾ ਤੇ ਆਪਣਾ ਕੱਖ ਨਹੀਂ ਹੈ, ਉਹ ਤੇ ਤਨਖਾਹ ਲੈਂਦਾ ਚੀਫ ਮਿਨਿਸਟਰ ਦੀ ਉੱਥੇ ਬੈਠ ਕੇ। ਭਗਵੰਤ ਮਾਨ ਦੇ ਕਿਹੜੇ ਕਿਹੜੇ ਵੱਡੇ ਫਾਰਮ ਹੈ ਵੀ ਜਿੱਥੋਂ ਇਹ ਬਿਜਲੀ ਮੁਫਤ ਦੇਣੀ ਹੈ ਲੋਕਾਂ ਨੂੰ 300 ਯੂਨਿਟ। ਸਰਕਾਰੀ ਖਜ਼ਾਨਾ ਇੱਕ ਬਟਨ ਵੀ ਵੇਚਦਾ ਨਾ, ਮੈਂ ਬਟਨ ਖਰੀਦਾਂ ਸ਼ਰਟ ਦਾ, ਉੱਤੇ ਵੀ ਟੈਕਸ ਆ। ਮਾਚਿਸ ਦੀ ਡੱਬੀ ਖਰੀਦਾਂ, ਛੋਟੀ ਜੀ ਮੋਮਬੱਤੀ ਖਰੀਦਾਂ, ਲੂਣ ਦਾ ਪੈਕਟ ਖਰੀਦਾਂ, ਸਾਰਿਆਂ ਦੇ ਟੈਕਸ ਆ। ਕਿੰਨਾ ਵੱਡਾ ਅਮਾਉਂਟ ਲੋਕ ਆਪਣੇ ਖੂਨ ਪਸੀਨੇ ਦੀ ਕਮਾਈ ਚੋਂ ਸਰਕਾਰ ਕੋਲ ਪੈਸਾ ਪਹੁੰਚਾਉਂਦੇ ਆ। ਲੋਕਾਂ ਨੂੰ ਵੀ ਇਹ ਸਮਝ ਨਹੀਂ ਆਉਂਦੀ ਵੀ ਮੁਫਤ ਕੀ ਹੁੰਦਾ ਭਾਈ। ਦੁਨੀਆ 'ਚ ਕਿੱਥੇ ਆ ਮੁਫਤ? ਮੈਨੂੰ ਦੱਸੋ ਕੋਈ ਦੁਨੀਆ 'ਚ ਮੁਫਤ ਚੀਜ਼ ਨਾਂ ਦੀ ਚੀਜ਼ ਹੈਗੀ ਆ? ਉਹਨਾਂ ਨੂੰ ਕਹੀ ਜਾਂਦੇ ਆ ਮੁਫਤ ਜੀ, ਫ੍ਰੀ, ਮੁਫਤ। ਬੇਵਕੂਫ ਬਣਾਈ ਜਾਂਦੇ ਸਾਡੇ ਲੋਕ, ਬਣੀ ਜਾਂਦੇ ਆ। ਸਰਕਾਰੀ ਖਜ਼ਾਨੇ ਨੂੰ ਲਟਾ ਰਹੇ ਆ ਇਹ, ਮੁਫਤ ਖੋਰੇ ਬਣਾ ਕੇ ਤੁਹਾਨੂੰ ਬਿਲਕੁਲ ਵਿਹਲੇ ਕਰ ਰਹੇ ਆ। ਔਰ ਤੁਸੀਂ ਜਾਣੀ ਇੰਨੇ ਨਿਕੰਮੇ ਹੋ ਜਾਓਗੇ, ਵਿਹਲੜ ਹੋ ਜਾਓਗੇ ਕਿ ਜਦ ਤੱਕ ਤੁਹਾਡੀ ਘੰਟੀ ਮਾਰ ਕੇ ਘਰ ਦੇ ਬਾਹਰ ਆਟਾ ਦਾਲ ਦੀ ਸਕੀਮ ਵਾਲਾ ਬੰਦਾ ਨਹੀਂ ਆਊਗਾ, ਤੁਹਾਡੇ ਘਰ ਦੇ ਵਿੱਚ ਮਤਲਬ ਚਾਹ ਪੀਣ ਜੋਗਾ ਕੁਝ ਨਹੀਂ ਹੋਊਗਾ। ਇਹ ਹਾਲਤ ਬਣ ਜੂਗੀ। ਇਹ ਪਾਸਾ ਜਿਹੜਾ ਜਿਸ ਪਾਸੇ ਲੋਕਾਂ ਨੂੰ ਲਾਤਾ, ਵੱਡੀ ਦੇਣੀ ਸਰਕਾਰੀ ਖਜ਼ਾਨੇ ਚੋਂ 1000 ਰੁਪਇਆ ਦੇਣਾ ਜੀ ਸਾਰੀਆਂ ਸਾਡੀਆਂ ਬੀਬੀਆਂ ਭੈਣਾਂ ਨੂੰ 18 ਸਾਲ ਤੋਂ ਉੱਪਰ ਦੀਆਂ, ਜਾਨੀ ਵੋਟਾਂ ਨੂੰ ਦੇਣਾ। ਸ਼ਰੇਆਮ ਹੈਗਾ ਹੈ, ਵੱਡੀ ਹੈ। ਤੁਸੀਂ 300 ਯੂਨਿਟ ਮੁਫਤ ਦੇਣੇ ਆ ਭਾਈ। ਗਰੀਬਾਂ ਨੂੰ ਘਰ ਦਿਓ, ਗਰੀਬਾਂ ਨੂੰ ਸਿਰ ਲਕਾਉਣ ਜੋਗੇ ਪਲਾਟ ਦਿਓ, ਭਾਵੇਂ ਅੱਧੇ ਕਨਾਲ ਦਾ, 10 ਮਰਲਿਆਂ ਦਾ ਹੀ ਦੇ ਦਿਓ ਪਿੰਡ 'ਚ। ਉਹ ਮਾੜਾ ਜੀ ਇੱਕ ਮੱਝ ਰੱਖ ਲਏ ਪਿਛਲੇ ਪਾਸੇ, ਕੋਈ ਕੱਟਾ ਬੱਛਾ ਹੀ ਰੱਖ ਲਏ। ਵੈਸੇ ਘੱਟੋ ਘੱਟ ਇੱਕ 2-2 ਕਨਾਲ ਦਾ ਪਲਾਟ ਹਰ ਗਰੀਬ ਨੂੰ ਮਿਲਣਾ ਚਾਹੀਦਾ। ਜੇ ਨਾ ਹੀ ਦਿਓ ਤੇ ਕਨਾਲ ਦਾ ਦੇ ਦਿਓ, ਉਹਦੇ 'ਚੋਂ ਆਪਣੀ ਸਬਜ਼ੀ ਲਾ ਲੂ, ਹੋਰ ਲਾ ਲੂ, ਗੁਜ਼ਾਰਾ ਕਰ ਲੂ, ਕੁਛ ਨਾ ਕੁਛ। ਮਤਲਬ ਤੁਸੀਂ ਜੇ ਦੇਣਾ ਤੇ ਉਹਨਾਂ ਨੂੰ ਡੀਸੈਂਟ ਲਾਈਫ ਦਿਓ, ਚੰਗੀ ਜ਼ਿੰਦਗੀ ਦਿਓ, ਉਹ ਆਪਣੇ ਮਾਣ ਦੇ ਨਾਲ ਜੀਵਨ ਜੀ ਸਕਣ। ਕਰਦੇ ਕੀ ਆ ਤੁਸੀਂ? ਸੜਕਾਂ ਤੇ ਬਿਠਾ ਕੇ। ਇਹ ਬਿਲਕੁਲ ਉਹੀ ਐਗਜ਼ਾਮਪਲ ਹੈ ਜਿਵੇਂ ਉਹ ਹਿਟਲਰ ਬਾਰੇ ਇੱਕ ਪ੍ਰਚਲਿਤ ਇਹ ਵਿਚਾਰ ਹੈਗਾ ਕਿ ਉਹ ਪਾਰਲੀਮੈਂਟ 'ਚ ਕੁੱਕੜ ਲੈ ਗਿਆ, ਉਹਨੇ ਇਕੱਲਾ ਉਹਦਾ ਖੰਭ ਖੋਤਾ, ਕਹਿੰਦਾ ਅਜੇ ਨਾ ਚਿੰਤਾ ਨਾ ਕਰੋ, ਮੈਂ ਹੁਣੇ ਤਮਾਸ਼ਾ ਦਿਖਾਉਣਾ। ਮਾੜੇ ਜਿਹੇ ਦਾਣੇ ਪਾਏ, ਕੁੱਕੜ ਖਾਣ ਲੱਗ ਪਿਆ। ਇਹ ਸਾਡੀ ਜਨਤਾ ਦੇ ਰੋਜ਼ ਖੰਭ ਖੋਹਦੇ ਆ ਇਹ ਸਰਕਾਰ। ਉਹਨਾਂ ਨੂੰ ਉਹ ਦਰਦ ਤੇ ਭੁੱਲ ਜਾਂਦਾ ਜਦੋਂ ਮਾੜੇ ਜਿਹੇ ਸੜੇ ਜਿਹੇ ਦਾਣੇ ਅੱਗੇ ਪਾਉਂਦੇ ਆ, ਲੈ ਵੀ ਇਹਦੇ ਵਰਗਾ ਮਾਲਕੀ ਕੋਈ ਨਹੀਂ। 300 ਯੂਨਿਟ ਦੇਤੇ, 1000 ਰੁਪਇਆ ਦੇਤਾ। ਇਹ ਸਾਨੂੰ ਵੀ ਸੋਚਣ ਦੀ ਗੱਲ ਹੈ ਵੀ ਸਾਨੂੰ ਸਾਡੇ ਪੈਸਿਆਂ ਚੋਂ ਬਰਾਈਬ ਕੀਤਾ ਜਾ ਰਿਹਾ, ਸਾਨੂੰ ਕਰਪਟ ਕੀਤਾ ਜਾ ਰਿਹਾ ਅਫੀਸ਼ੀਅਲੀ। ਸਾਡਾ ਕੰਮ ਇਹ ਨਹੀਂ ਹੈ ਸਰਕਾਰਾਂ ਤੋਂ ਪੈਸੇ ਮੁਫਤ ਮੰਗਣੇ ਜਾਂ ਆਟਾ ਦਾਲ ਮੰਗਣਾ, ਜਾਂ ਕੋਈ ਸਾਨੂੰ ਇਹ ਸਰਕਾਰਾਂ ਤੋਂ ਮੁਫਤ ਤੇ ਮਿਆਰੀ ਸਿੱਖਿਆ ਮਿਲੇ, ਮੁਫਤ ਤੇ ਮਿਆਰੀ ਇਲਾਜ ਮਿਲੇ, ਚੰਗਾ ਇਨਫਰਾਸਟ੍ਰਕਚਰ ਹੋਵੇ, ਸਿਰ ਲਕੂਣ ਜੋਗੀ ਸਾਡੇ ਕੋਲ ਘਰ 'ਚ ਪਿੰਡ 'ਚ ਜਗ੍ਹਾ ਹੋਵੇ, ਮਾੜਾ ਮੋਟਾ ਹੋਰ ਜਿਹੜੇ ਸਾਰਾ ਇਨਫਰਾਸਟ੍ਰਕਚਰ ਹੈ ਉਹ ਮਿਲੇ, ਪਾਣੀ ਪੀਣ ਲਈ ਚੰਗਾ ਮਿਲੇ, ਹਵਾ ਸਾਫ਼ ਮਿਲੇ। ਇਹ ਚੀਜ਼ਾਂ ਜਿਹੜੇ ਜਨਤਾ ਕਿਸੇ ਵੀ ਡੈਮੋਕ੍ਰੇਸੀ 'ਚ ਅਧਿਕਾਰ ਦੇ ਤੌਰ ਤੇ ਸਰਕਾਰ ਤੋਂ ਅਧਿਕਾਰ ਵੀ ਉਹਨਾਂ ਦਾ ਹੈਗਾ ਤੇ ਉਹ ਮੰਗਦੇ ਵੀ ਹੈਗੇ। ਸਾਰੀਆਂ ਡੈਮੋਕ੍ਰੇਸੀਆਂ ਟੁੱਟੀਆਂ ਤੋਂ ਟੁੱਟੀਆਂ ਭੱਜੀਆਂ, ਗਰੀਬ ਤੋਂ ਗਰੀਬ ਡੈਮੋਕ੍ਰੇਸੀ ਇਹ ਚੀਜ਼ਾਂ ਨੂੰ ਇਨਸ਼ੋਰ ਕਰਨ ਦੀ ਕੋਸ਼ਿਸ਼ ਕਰਦੇ। ਸਾਡੇ ਕੰਮ ਹੀ ਉਲਟੇ ਪਾਸੇ ਚੱਲ ਪਿਆ। ਕੋਈ ਕਹਿੰਦਾ ਸਕੂਟਰੀਆਂ ਦਊ, ਕੋਈ ਕਹਿੰਦਾ ਆਹ 1000 ਰੁਪਇਆ, ਸਭ ਤੋਂ ਜਾਣੀ ਲਿਓਰਮੈਂਟ ਸਿੱਧਾ 1000 ਰੁਪਇਆ। ਉਧਰ ਮੋਦੀ ਕਰੀ ਜਾਂਦਾ ਮੈਂ 6000 ਰੁਪਇਆ ਪਾਈ ਜਾਂਦਾ, 6000 ਰੁਪਇਆ ਫਾਰਮਰ ਦੇ ਅਕਾਊਂਟ 'ਚ ਪਾਈ ਜਾਂਦਾ, 2.25 ਲੱਖ ਕਰੋੜ ਰੁਪਇਆ ਹੁਣ ਤੱਕ ਦੇਤਾ, ਸਕੀਮ ਵਧਾਤੀ ਆ। ਹੁਣ ਆ 80 ਕਰੋੜ ਲੋਕਾਂ ਨੂੰ ਮੈਂ ਸਸਤਾ ਅਨਾਜ ਦੇ ਰਿਹਾ, ਉਹਦੀ ਵੀ ਸਕੀਮ 6 ਮਹੀਨੇ ਹੋਰ ਵਧਾ। ਯਾਨੀ ਲੋਕਾਂ ਨੂੰ ਇੰਜ ਸਮਝਿਆ ਕਿ ਜਿਵੇਂ ਮੱਝਾਂ ਗਾਵਾਂ ਭੇਡਾਂ ਹੁੰਦੀਆਂ ਤੇ ਲਓ ਜੀ ਹੋਰ 6 ਮਹੀਨੇ ਪੱਠੇ ਮੁਫਤ ਮਿਲਣੇ ਆ ਗਊਸ਼ਾਲਾ। ਇਹ ਹਾਲਾਤ ਸਾਡੇ ਦੇਸ਼ ਦੀ ਬਣਾਤੀ ਹੈ। ਇਲੈਕਸ਼ਨ ਕਮਿਸ਼ਨ ਦੇ ਪਹਿਲਾਂ ਤੇ ਉਹਨੂੰ ਦੰਡਿਤ ਕਰਨਾ ਚਾਹੀਦਾ, ਇਲੈਕਸ਼ਨ ਕਮਿਸ਼ਨ ਨੂੰ, ਕਿ ਉਹ ਕਿਉਂ ਨਹੀਂ ਇਹਨਾਂ ਚੀਜ਼ਾਂ ਦੇ ਉੱਤੇ ਠੱਲ ਪਾ ਰਿਹਾ। ਇਹ ਤੇ ਸ਼ਰੇਆਮ ਵੱਡੀ ਹੈ। ਲੋਕਾਂ ਨੂੰ ਵੋਟਾਂ ਲੈਣ ਲਈ ਸਰਕਾਰੀ ਖਜ਼ਾਨੇ ਚੋਂ ਵੱਡੀ ਖੋਰੀ ਹੈ ਇਹ ਇਸ ਤੋਂ ਬੰਦ ਹੋਣਾ ਚਾਹੀਦਾ ਆ। ਪਰ ਉਹ ਕੌਣ ਕਿਹਨੂੰ ਕੀ ਕਵੇ ਜਦ ਮੋਦੀ ਜੀ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਨੂੰ ਅੱਗੇ ਤੋਰ ਰਹੇ ਆ, ਤੇ ਫਿਰ ਛੋਟਾ ਮੋਦੀ ਤੇ ਕੇਜਰੀਵਾਲ ਜੀ ਤੇ ਤੋਰਨਗੇ ਹੀ।
ਤੇ ਜੇ ਕੇਜਰੀਵਾਲ ਤੋਰ ਰਿਹਾ ਤੇ ਫਿਰ ਜਦੋਂ ਕੇਜਰੀਵਾਲ ਤੋਰਦੇ ਤੇ ਭਗਵੰਤ ਮਾਨ ਲਈ ਤੇ ਬੜੀ ਮਾਣ ਵਾਲੀ ਗੱਲ ਹੈ ਸਾਰਾ ਕੁਝ ਅਨਾਉਂਸ ਕਰਨਾ, ਜਿਵੇਂ ਅੱਜ ਉਹਨਾਂ ਨੇ ਕੀਤਾ। ਉਹ ਗੱਲ ਤਾਂ ਇਹੀ ਕਹਿੰਦੇ ਨੇ, ਕਹਿੰਦੇ ਅਸੀਂ 25 ਸਾਲ ਰਾਜ ਕਰਾਂਗੇ ਤੇ ਇਸੇ ਢੰਗ ਦੇ ਨਾਲ ਕਰਾਂਗੇ, ਜਿਹੜੇ ਆਮ ਆਦਮੀ ਪਾਰਟੀ ਦੇ ਸਪੋਰਟਰ ਨੇ। ਪਰ ਬਿੱਲੀ ਦੇ ਗੱਲ ਟੱਲੀ ਕੌਣ ਬੰਨੇ? ਪ੍ਰੋਫੈਸਰ ਸਾਹਿਬ ਇਹ ਤਾਂ ਕਹਿੰਦੇ ਸੀ ਕਿ ਅਸੀਂ ਨਸ਼ਿਆਂ ਦੇ ਉੱਤੇ ਨੱਥ ਪਾਵਾਂਗੇ। ਮੈਂ 2-3 ਵਾਰਦਾਤਾਂ ਇਕੱਠੀਆਂ ਦੱਸ ਦਿੰਦਾ ਕਿ ਇੱਕ ਪਿੱਛੇ ਜੇ ਪੱਤਰਕਾਰ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ, ਤੁਸੀਂ ਵੀ ਦੇਖੀ ਹੋਣੀ, ਕਿ ਉਹ ਰਿਪੋਰਟਿੰਗ ਕਰ ਰਿਹਾ ਸੀ, ਪੁਲਿਸ ਵਾਲੇ ਨੇ ਪਿੱਛੋਂ ਲਿਆ ਕੇ ਪੁੜੀ ਚਿੱਟੇ ਦੀ ਕੱਢੀ ਤੇ ਆਹ ਦੇਖੋ ਜੀ ਚਿੱਟਾ ਵੇਚਦਾ ਹੈ, ਚਿੱਟਾ ਵੇਚਦਾ। ਕਾਫੀ ਹੱਥੋਂ ਪਾਈ ਮੁੜ ਕੇ ਉਹਨਾਂ ਦਾ ਸਮਝੌਤਾ ਜਿਹਾ ਹੋ ਗਿਆ। ਤੇ ਇੱਕ ਹੋਰ ਪੱਤਰਕਾਰ ਦੀ ਹੁਣ ਇੱਕ ਵੀਡੀਓ ਚੱਲ ਰਹੀ ਹੈ, ਉਹ ਚੌਂਕੀ ਦੇ ਬਾਹਰ ਖੜਿਆ ਉੱਚੀ ਉੱਚੀ ਬੋਲ ਰਿਹਾ ਕਿ ਆਹ ਦੇਖੋ ਮੈਂ ਬੜੇ ਤਸਕਰ ਫੜਾਏ। ਇਹ ਜਾ ਕੇ ਉਹਨਾਂ ਨੂੰ ਥਾਣੇ 'ਚ ਤਲਬ ਕਰਕੇ ਬਸ ਇੰਨਾ ਕੁ ਪੁੱਛਦੇ ਨੇ ਕਿ ਲਿਆਓ ਦਿਖਾਓ ਚਿੱਟਾ। ਉਹ ਕਿੱਥੋਂ ਦਿਖਾ ਦੇਣਗੇ ਚਿੱਟੇ ਤਸਕਰ? ਉਹ ਵੀ ਭੱਜੇ ਫਿਰਦੇ ਨੇ। ਤੇ ਇੱਕ ਪਿੱਛੇ ਜੇ ਆਈ ਸੀ ਕਿ ਮੰਤਰੀ ਸਾਹਿਬ ਦੇ ਸਾਹਮਣੇ ਆਪਾਂ ਜ਼ਿਕਰ ਕੀਤਾ ਸੀ, ਕਿ ਸਿੰਗਲਾ ਸਾਹਿਬ ਦੇ ਸਾਹਮਣੇ ਕਹਿ ਦਿੱਤਾ ਸੀਗਾ ਕਿ ਆਹ ਦੇਖੋ ਜੀ ਪੁਲਿਸ ਤੋਂ ਡਰਦੇ ਨਹੀਂ। ਉਹ ਕਹਿੰਦੇ ਪੁਲਿਸ ਤੋਂ ਨਾ ਡਰਿਓ, ਪਿੰਡ ਵਾਲਿਆਂ ਤੋਂ ਡਰ ਲਿਓ। ਤਸਕਰ ਇਹ ਗੱਲ ਕਹਿੰਦੇ ਨੇ। ਤੇ ਹੁਣ ਸ਼ਾਇਦ ਇਹ ਸ਼ਰਾਬ ਨੂੰ ਨਸ਼ਾ ਗਿਣਦੇ ਨਹੀਂ। ਐਮਐਲਏ ਸਾਹਿਬ ਨੇ ਕਹਿੰਦੇ ਜਾ ਕੇ ਉੱਥੇ ਚੌਂਕੀ ਦੇ ਵਿੱਚ ਛਾਪਾ ਮਾਰਿਆ। ਉੱਥੇ ਚੌਂਕੀ ਇੰਚਾਰਜ ਤੇ ਹੋਰ ਪੁਲਿਸ ਵਾਲੇ ਉੱਥੇ ਕਹਿੰਦੇ ਦਾਰੂ ਸਿੱਕਾ ਚੱਲਦਾ ਸੀ। ਦੇਖੋ ਕਈ ਗੱਲਾਂ ਹੈਗੀਆਂ। ਪਹਿਲਾਂ ਤੇ ਮੈਂ ਭਗਵੰਤ ਮਾਨ ਦੀ ਸਰਕਾਰ ਨੂੰ ਬੇਨਤੀ ਕਰੂੰਗਾ, ਵਿੱਚੇ ਕੇਜਰੀਵਾਲ ਨੂੰ ਵੀ, ਕਿਉਂਕਿ ਉਹਦੇ ਬਗੈਰ ਇਹ ਕੁਝ ਕਰਨਾ ਨਹੀਂ ਸ਼ਾਇਦ। ਜੇ ਕਰਦੇ ਆ ਤੇ ਫਿਰ ਮੈਂ ਕੱਲਾ ਭਗਵੰਤ ਮਾਨ ਨੂੰ ਕਰੂੰਗਾ, ਕੇਜਰੀਵਾਲ ਨਹੀਂ ਵਿੱਚ ਰੱਖਦਾ। ਬੇਨਤੀ ਮੇਰੀ ਇਹ ਹੈ ਕਿ ਸ਼ਰਾਬ ਨੂੰ ਇਹ ਨਸ਼ਾ ਡਿਕਲੇਅਰ ਕਰਨਾ। ਜੇ ਨਹੀਂ ਹੈ ਤਾਂ ਕੋਈ ਲਾਇਸੈਂਸ ਦੀ ਲੋੜ ਨਹੀਂ, ਘਰੋਂ ਘਰੀ ਜਿਸ ਤਰ੍ਹਾਂ ਮਰਜ਼ੀ ਤੁਰੀ ਫਿਰ। ਨਸ਼ਾ ਜਦ ਹੈ ਹੀ ਨਹੀਂ, ਫਿਰ ਇਹਦਾ ਹੱਡ ਚਲਾ ਦੇਣ ਪੂਰਾ। ਲੋਕ ਸਵੇਰੇ ਸਵੇਰੇ ਨਹਾ ਕੇ ਨਿਕਲਿਆ ਕਰਨ ਨਸ਼ੇ ਸ਼ਰਾਬ 'ਚ, ਤੇ ਨਸ਼ਾ ਤੇ ਹੈ ਨਹੀਂ। ਜੇ ਨਸ਼ਾ ਆ ਤੇ ਫਿਰ ਇਹਨੂੰ ਨਸ਼ਾ ਡਿਕਲੇਅਰ ਕਰੋ ਤਾਂ ਕਿ ਇਹਦੀ ਕੋਈ ਮੈਨੇਜਮੈਂਟ ਹੋਵੇ। ਮੈਂ ਨਹੀਂ ਕਹਿੰਦਾ ਬੰਦ ਹੋਵੇ, ਮੈਂ ਡਰਾਈ ਸਟੇਟ ਦੇ ਹੱਕ 'ਚ ਬਿਲਕੁਲ ਨਹੀਂ ਆ। ਉਹਦੇ ਨਾਲ ਮਾਫੀਆ ਡਿਵੈਲਪ ਹੋ ਜਾਂਦਾ, ਬਹੁਤ ਕੁਝ ਆ। ਗੁਜਰਾਤ ਦਾ, ਬਿਹਾਰ ਦਾ, ਸਾਡੇ ਸਾਹਮਣੇ ਹੋਰਨਾਂ ਸੂਬਿਆਂ ਦੇ ਵੀ ਬੜੇ ਤਜਰਬੇ ਆ ਜੀ। ਇੰਜ ਨਹੀਂ, ਉਹ ਨਸ਼ਾ ਜੇ ਡਿਕਲੇਅਰ ਹੋਊਗਾ ਤੇ ਫਿਰ ਉਹਦੇ ਤੇ ਕੋਈ ਰੁਕਾਵਟ, ਉਹਦੇ ਕੋਈ ਉਸ ਨੂੰ ਜਿਹੜੇ ਉਹਦੇ ਵਿਕਟਮ ਆ ਅਲਕੋਹਲਿਕ ਹੈਗੇ, ਉਹਨਾਂ ਨੂੰ ਰੀਹੈਬਿਲਿਟੇਟ ਕਿਵੇਂ ਕਰਨਾ। ਭਾਵੇਂ ਉਹ ਨੌਕਰੀ ਜਾਂ ਭਾਵੇਂ ਨੌਕਰੀ ਤੋਂ ਬਾਅਦ। ਜ਼ਰੂਰੀ ਨਹੀਂ ਹੈ ਕਿ ਜਿੱਦਣ ਉਹਦੀ ਨੌਕਰੀ ਲੱਗੀ ਕਿਸੇ ਬੰਦੇ ਦੀ ਉਦੋਂ ਉਹ ਨਸ਼ੇੜੀ ਹੋਵੇ। ਭਾਵੇਂ ਉਹ ਚਿੱਟੇ ਦਾ ਆ ਜਾਂ ਭੰਗ ਦਾ ਆ ਜਾਂ ਪੋਸਟ ਦਾ ਆ ਜਾਂ ਉਹ ਦਾਰੂ ਦਾ ਆ। ਪਰ ਇਹ ਕਿਉਂ ਨਹੀਂ ਮੰਨਦੇ ਕਿ ਦਾਰੂ ਵੀ ਨਸ਼ਾ ਆ? ਕਿਉਂਕਿ ਜਿਹੜੇ ਅਲਕੋਹਲਿਕ ਹੋ ਜਾਂਦੇ ਆ, ਹੁਣ ਮੈਂ ਕੀ ਕਹਾਂ, ਮੇਰੇ ਮੂੰਹੋਂ ਨਾ ਅਸਲੀ ਗੱਲ ਕਵਾ ਦਿਓ, ਉੱਪਰੋਂ ਲੱਗਣ। ਮੇਰਾ ਤੇ ਕਹਿਣ ਦਾ ਮਤਲਬ ਇਹ ਹੈ, ਜਿਹੜਾ ਅਲਕੋਹਲਿਜ਼ਮ ਜੇ ਨਸ਼ਾ ਇੱਕ ਵਾਰੀ ਡਿਕਲੇਅਰ ਹੋ ਜੇ ਤੇ ਫਿਰ ਜਦੋਂ ਉੱਪਰੋਂ ਵੱਡੇ ਬੰਦੇ ਜਿਹੜੇ ਇੱਕ ਵਾਰੀ ਇਹ ਸਾਰਾ ਕੰਮ ਬੰਦ ਹੋ ਜੇ, ਥੱਲੇ ਤੇ ਆਪੇ ਸੁਨੇਹਾ ਚਲੇ ਜਾਂਦੇ। ਇਹ ਤਾਂ ਖੁਦ ਹੀ ਕਹਿੰਦੇ ਸਾਰੇ ਐਮਐਲਏ ਜਿਹੜੀ ਨਵੀਂ ਸਰਕਾਰ ਦੇ, ਕਿ ਦੇਖੋ ਜੀ ਜਦੋਂ ਅਸੀਂ ਸਾਫ਼ ਸੁਥਰੇ ਹਾਂ ਤੇ ਅਸੀਂ ਨਾ ਕਰਨਾ, ਨਾ ਖਾਣਾ, ਨਾ ਖਾਣ ਦੇਣਾ, ਜਿਵੇਂ ਮੋਦੀ ਜੀ ਵੀ ਕਹਿੰਦੇ ਸੀ। ਉਹੋ ਹੀ ਕੰਮ ਹਾਂ, ਨਾ ਖਾਣਾ ਨਾ ਖਾਣ ਦੇਣਾ, ਨਾ ਪੀਣੀ ਨਾ ਪੀਣ ਦੇਣੀ। ਇਸ ਕਿਸਮ ਦਾ ਜੇ ਕੰਮ ਸ਼ੁਰੂ ਹੋ ਜਾਏ ਤਾਂ ਉਹ ਇੱਕ ਗਰੀਬ, ਮੈਨੂੰ ਉੱਤੇ ਸੱਚੀ ਪੁੱਛੋ ਤੇ ਤਰਸ ਆ ਰਿਹਾ ਸੀ, ਉਹ ਹੈਗਾ ਅਲਕੋਹਲਿਕ। ਤੇ ਇਹ ਐਮਐਲਏ ਸਾਹਿਬ ਰੰਧਾਵਾ ਜੀ ਮਾਰ ਰਹੇ ਉਹਨੂੰ ਦਬਕੇ। ਓਏ ਤੈਨੂੰ ਅੱਗੇ ਵੀ 2 ਵਾਰੀ ਰੋਕਿਆ, ਤੂੰ ਹਟਦਾ ਨਹੀਂ। ਇਹ ਬੋਤਲ ਦਿਖਾ ਲਓ, ਇਹਨੂੰ ਲਿਆਓ, ਇਹਦਾ ਬਲੱਡ ਟੈਸਟ ਕਰਾਓ। ਉਹ ਵਿਚਾਰਾ ਹੱਥ ਜੋੜੀ ਜਾਂਦਾ, ਮੇਰੀ ਨੌਕਰੀ ਚਲੇ ਜੂ, ਮੈਂ ਮਾਰਿਆ ਜਾਊ। ਦੋਵੇਂ ਠੀਕ ਹੈ ਆਪਣੀ ਆਪਣੀ ਜਗ੍ਹਾ। ਰੰਧਾਵਾ ਜੀ ਠੀਕ ਹੈ ਵੀ ਨੌਕਰੀ ਤੇ ਹੋਣਾ ਨਹੀਂ ਚਾਹੀਦਾ, ਵੀ ਤੈਨੂੰ ਨੌਕਰੀ ਕਰਨ ਲਈ ਦਿੱਤੀ ਹੈ, ਦਾਰੂ ਪੀਣ ਲਈ ਥੋੜੀ ਹੈ। ਫਿਰ ਤੁਸੀਂ ਦਾਰੂ ਲਈ ਪੈਸੇ ਵੀ ਲੋਕਾਂ ਨੂੰ ਇਕੱਠੇ ਕਰੋਗੇ, ਲੋਕਾਂ ਦੇ 4 ਛਿੱਤਰ ਵੀ ਵਾਧੂ ਮਾਰੋਗੇ, ਕੁਛ ਨਾ ਕੋਈ ਪੁੱਠਾ ਹੀ ਕੰਮ ਕਰੋਗੇ। ਪਰ ਜਿਹੜਾ ਬੰਦਾ ਅਲਕੋਹਲਿਕ ਹੋ ਚੁੱਕਾ, ਉਹ ਵਿਕਟਮ ਹੈਗਾ। ਉਹ ਤੁਹਾਡੀਆਂ ਕਰਤੂਤਾਂ ਦੀ ਵਜ੍ਹਾ ਨਾਲ ਤੁਸੀਂ ਕਿਸੇ ਲੋਕਾਂ ਦਾ ਧਿਆਨ ਨਹੀਂ ਦਿੰਦੇ। ਉਸ ਨੂੰ ਜਾ ਕੇ ਡਾਕਟਰ ਹਸਪਤਾਲ ਐਡਮਿਟ ਕਰਾ ਕੇ ਉਹਨੂੰ ਰੀਹੈਬਿਲਿਟੇਟ ਕਰਾਓ ਤਾਂ ਕਿ ਉਹਦੀ ਆਦਤ ਛੁੱਟੇ, ਨਾ ਕਿ ਤੁਸੀਂ ਆਪਣੀ ਅਫਸਰੀ ਜਿਹੜੀ ਹੈ ਅਗਲੇ ਦੀ ਮਜਬੂਰੀ ਦੇ ਉੱਤੇ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖ ਕੇ ਪੈਡੈਸਟਲ ਤੇ ਰੱਖ ਕੇ ਉਸ ਦੀ ਤੁਸੀਂ ਬੇਇੱਜ਼ਤੀ ਕਰ ਰਹੇ। ਆਪ ਚੌਧਰੀ ਬਣੇ ਹੋਏ ਆ। ਮੈਨੂੰ ਨਹੀਂ ਲੱਗਦਾ ਜਿਹੜੇ ਬੰਦੇ ਦੂਜਿਆਂ ਨੂੰ ਇੰਨੇ ਦਬਕੇ ਮਾਰਦੇ ਹੋ ਬਿਲਕੁਲ ਇਸ ਤੋਂ ਮੁਕਤ ਹੈਗੇ ਆ। ਸਹੁੰ ਖਾ ਕੇ ਦੱਸਣ, ਅੱਗ ਤੇ ਹੱਥ ਰੱਖ ਕੇ ਦੀਵੇ ਤੇ। ਕਨਸਟੀਟਿਊਸ਼ਨ ਨੂੰ ਤੇ ਕੋਈ ਸਮਝਦੇ ਨਹੀਂ, ਉੱਥੇ ਤੇ ਝੂਠ ਬੋਲ ਦਿੰਦੇ ਆ। ਤੇ ਕਿੰਨੇ ਐਮਐਲਏ ਜਿਹੜੇ ਬਿਲਕੁਲ ਨਹੀਂ ਪੀਂਦੇ। ਹੱਦ ਹੋ ਗਈ ਹੈ। ਉਹਦਾ ਕੰਮ ਗਲਤ ਆ। ਮੈਂ ਫਿਰ ਕਿਤੇ ਮੈਨੂੰ ਉਲਟਾ ਨਾ ਸਮਝਿਓ ਕਿ ਮੈਂ ਇਹ ਨਹੀਂ ਚਾਹੀਦਾ, ਪਰ ਜਿਹੜਾ ਵਿਕਟਮ ਹੋ ਗਿਆ, ਪੀੜਤ ਆ, ਉਹ ਬੇਵੱਸ ਆ। ਸਾਡਾ ਇਸ ਸਮਾਜ ਦਾ ਫਰਜ਼ ਬਣਦਾ, ਸਰਕਾਰ ਦਾ ਫਰਜ਼ ਬਣਦਾ, ਉਸ ਦੇ ਖੂਨ ਚੋਂ ਅਲਕੋਹਲ ਨੂੰ ਖਤਮ ਕਰਕੇ ਤੇ ਉਸ ਨੂੰ ਦੁਬਾਰਾ ਇੱਕ ਆਮ ਸ਼ਹਿਰੀ ਵਾਲਾ ਜੀਵਨ ਦਿੱਤਾ ਜਾਏ। ਇਹ ਤੁਹਾਡੀ ਬਹਾਦਰੀ ਹੋਊਗੀ, ਸਿਆਣਪ ਹੋਊਗੀ ਸੂਬੇ ਦਾ ਜਾਂ ਕਿਸੇ ਵੀ ਗੌਰਮੈਂਟ ਦਾ। ਇਹ ਬਣਦਾ
ਪਰ ਚੰਗਾ ਇਹ ਹੋਊਗਾ, ਸੁਨੇਹਾ ਥੱਲੇ ਚੰਗਾ ਜਾਊਗਾ, ਲੋਕੀ ਉਸ ਗੱਲ ਤੇ ਆਪ ਵੀ ਜ਼ਿਆਦਾ ਕੋਸ਼ਿਸ਼ ਕਰਨਗੇ ਜਿਹੜੇ ਪੀਂਦੇ ਛੱਡਣ ਦੀ, ਜੇ ਕੰਮ ਉੱਪਰੋਂ ਸ਼ੁਰੂ ਹੋ ਜਾਏ। ਇਹ ਗੱਲ ਮੇਰੀ ਜ਼ਰੂਰ ਇੱਕ ਨੋਟ ਕਰਨ ਵਾਲੀ। ਜੇ ਆਪਣਾ ਹੀ ਸਰਕਾਰ ਦਾ ਘਰ ਖੁੱਲੇ ਗੁਲਛੜੇ ਉਡਾਉਂਦਾ ਫਿਰਦਾ ਜਗ੍ਹਾ ਜਗ੍ਹਾ, ਤਾਂ ਫਿਰ ਦੂਜਿਆਂ ਨੂੰ ਕਹੋਗੇ ਤੇ ਉਹ ਕਹਿਣਗੇ ਯਾਰ ਪਹਿਲਾਂ ਤੁਸੀਂ ਤੇ ਦਿਖਾਓ, ਪਹਿਲਾਂ ਆਪਣਾ ਖੂਨ ਤੇ ਟੈਸਟ ਕਰਾ ਲਓ, ਮੇਰਾ ਕਰਾਉਂਦੇ ਫਿਰਦੇ ਆ। ਇਹ ਗੱਲ ਕਾਫੀ ਪਚੀਦਾ। ਪਰ ਜਿਹੜਾ ਵੀ ਪੀ ਰਿਹਾ, ਜਿਹੜਾ ਵਿਕਟਿਮ ਬਣ ਗਿਆ, ਪੀੜਤ ਬਣ ਗਿਆ, ਮੈਂ ਜਿੱਥੇ ਉਸਦੇ ਇਹਨਾਂ ਗੱਲਾਂ ਦੇ ਵਿਰੁੱਧ ਹੈ, ਉੱਥੇ ਨਾਲ ਹੀ ਮੈਨੂੰ ਉਹਨਾਂ ਨਾਲ ਇੱਕ ਕਿਸਮ ਦੀ ਸਹਾਨੁਭੂਤੀ ਵੀ ਹੈਗੀ ਹੈ ਕਿ ਉਹਨਾਂ ਨੂੰ ਉਹਨਾਂ ਦੇ ਵੱਸ ਦੀ ਗੱਲ ਨਹੀਂ ਰਹਿੰਦੀ ਕਈ ਵਾਰੀ। ਇਸ ਕਰਕੇ ਮੈਂ ਉਸ ਤਰ੍ਹਾਂ ਉਹਨਾਂ ਚੱਕਰਾਂ 'ਚ ਨਹੀਂ ਪੈਣਾ ਚਾਹੁੰਦਾ। ਰਹੀ ਗੱਲ ਆ ਜਿਹੜੀ ਦੂਜਿਆਂ ਦੀ, ਉਹ ਇੱਕ ਜਰਨਲਿਸਟ ਦੀ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹ ਚਿੱਟਾ ਖਤਮ ਕਰਨਾ ਚਾਹੁੰਦੇ ਆ ਲੋਕ, ਤੇ ਆਪਣੀ ਜਾਨ ਹੂਲ ਕੇ ਸਮਗਲਰਾਂ ਨੂੰ ਫੜਾ ਰਿਹਾ ਤੇ ਪੁਲਿਸ ਨਾਲ ਰਲੀ ਹੋਈ ਆ। ਉਹ ਵੀਡੀਓ ਤੇ ਸਾਫ਼ ਹੈ, ਪੁਲਿਸ ਵਾਲੇ ਸਾਹਮਣੇ ਖੜੇ ਆ, ਕੱਲੇ ਕੱਲੇ ਦਾ ਨਾਂ ਲੈ ਕੇ ਥਾਣੇ ਨੂੰ ਦਿਖਾ ਕੇ ਕਹਿ ਰਿਹਾ ਕਿ ਮੈਂ ਕੱਲੀ ਕੱਲੀ ਸਟੋਰੀ ਉਹ ਬੰਦੇ ਨੇ ਦੱਸੀ ਆ। ਇਹਦਾ ਮਤਲਬ ਇਹ ਆ ਕਿ ਚਿੱਟਾ ਕਿਸੇ ਵੀ ਤਰੀਕੇ ਨਾਲ ਰੁਕਿਆ ਨਹੀਂ, ਨਾ ਉਹਨੇ ਰੁਕਣਾ। ਜਿੰਨੀਆਂ ਮਰਜ਼ੀ ਤੁਸੀਂ ਜਿਹੜੇ SSP ਉਹਨਾਂ ਦੀਆਂ ਮੀਟਿੰਗਾਂ ਕਰ ਲਓ, ਥਾਣੇ ਵਿਕਦੇ ਆ, ਖੁੱਲਾ ਨਸ਼ਾ ਆ ਰਿਹਾ, ਰੋਜ਼ ਮੌਤਾਂ ਹੋ ਰਹੀਆਂ। ਔਰ ਹਿਮਾਚਲ ਵਾਲੇ ਕਹਿ ਰਹੇ ਆ ਕਿ ਜਿਹੜੇ ਨਸ਼ਾ ਪੰਜਾਬ ਤੋਂ ਆ ਰਿਹਾ ਉਹ ਬੜਾ ਡੈਡਲੀ ਆ, ਇਹਦੇ 'ਚੋਂ ਪਤਾ ਨਹੀਂ ਕੀ ਇਹੋ ਜਿਹੀ ਹੋਰ ਕੋਈ ਮਿਲਾਵਟ ਕਰ ਦਿੰਦੇ ਆ ਚਿੱਟੇ ਦੇ ਵਿੱਚ। ਇਸ ਕਿਸਮ ਦੀਆਂ ਚਰਚਾਵਾਂ ਸਾਰੀਆਂ ਚੱਲ ਰਹੀਆਂ। ਜੇ ਰੋਕਣਾ ਤੇ ਲੋਕ ਜਿਹੜੇ ਇਹੋ ਜਿਹੇ ਕੁਰਬਾਨੀ ਵਾਲੇ, ਜਿਸ ਤਰ੍ਹਾਂ ਉਹ ਜਰਨਲਿਸਟ ਆ ਜਿਹਨੇ ਆਪਣੀ ਰਿਸਕ ਲਾਈਫ ਦਾ ਲੈ ਕੇ ਉਹਦਾ ਸਿਰ ਤੇ ਸਾਫਾ ਬੱਧਾ ਸੀ, ਉਹ ਵੀ ਸਕੂਟਰੀ ਤੋੜਤੀ, ਉਹਦੇ 'ਚ ਸਕੂਟਰੀ ਮਾਰੀ, ਮਤਲਬ ਅਗਲੇ ਨੇ ਜ਼ਿੰਦਗੀ ਦਾ ਰਿਸਕ ਲਿਆ। ਮੈਨੂੰ ਚੰਗਾ ਲੱਗਦਾ ਕਿ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਅਣਖੀਲੇ ਲੋਕ ਹੈਗੇ, ਬਹਾਦਰ ਲੋਕ ਹੈਗੇ, ਆਪਣਾ ਨੁਕਸਾਨ ਉਠਾ ਕੇ ਆਪਣੀ ਜ਼ਿੰਦਗੀ ਨੂੰ ਜੋਖਮ 'ਚ ਪਾ ਕੇ ਵੀ ਸਮਾਜ ਦਾ ਸੁਧਾਰ ਚਾਹੁੰਦੇ ਆ। ਪਰ ਇਹਨਾਂ ਦਾ ਕੁਝ ਅੰਸ਼ ਪੁਲਿਸ ਦੇ ਵਿੱਚ ਵੀ, ਭਾਵੇਂ ਉਹ ਕਿਸੇ ਟੀਕੇ ਦੇ ਨਾਲ ਹੀ ਅੰਦਰ, ਜਿਸ ਤਰ੍ਹਾਂ ਕਰੋਨਾ ਵਾਇਰਸ ਦਾ ਟੀਕਾ ਲਾਇਆ, ਇਹੋ ਜਿਹੀ ਇਮਾਨਦਾਰੀ ਦਾ ਕੋਈ ਟੀਕਾ ਉਹਨਾਂ ਨੂੰ ਸਾਰਿਆਂ ਨੂੰ, ਪੁਲਿਸ ਵਾਲਿਆਂ ਨੂੰ ਲਵਾ ਦਿਓ, ਤਾਂ ਕਿ ਇਹ ਚਿੱਟੇ ਤੇ ਕੁਛ ਤੇ ਠੱਲ ਪਏ, ਨਸ਼ਿਆਂ ਤੇ ਕੁਛ ਤੇ ਠੱਲ ਪਏ। ਇਹ ਤਾਂ ਕਹਿੰਦੇ ਅਸੀਂ ਫੋਨ ਨੰਬਰ ਜਾਰੀ ਕਰਤਾ, ਸਾਰੀ ਕਰਪਸ਼ਨ ਦੂਰੀ ਆ, ਇਹ ਵੀ ਅਚੀਵਮੈਂਟ 'ਚ ਲਿਖਿਆ ਹੋਇਆ ਕਿ ਹੁਣ ਫੋਨ ਹੋ ਗਿਆ, ਫੋਨ ਦੇਤਾ, ਫੋਨ ਮੈਂ 10 ਭੇਜ ਦੇਣਾ। ਇਹ ਸਭ ਤੋਂ ਸੌਖਾ ਕੰਮ ਹੈ ਵੀ ਕਰੀ ਚੱਲੋ, ਕੰਪਲੇਂਟ ਆ ਗਈਆਂ, ਲਓ ਜੀ ਸਟਿੰਗ ਕਰੋ ਕੰਪਲੇਂਟ ਦਾ, ਦੇਖੋ ਤਾਂ ਕੀ ਉਹਦੇ ਤੇ ਅਸਰ ਕੀ ਹੋਇਆ। ਇਸ ਤਰ੍ਹਾਂ ਨਹੀਂ ਹੋਣਾ ਹੈ, ਇਹ ਐਵੇਂ ਛਾਂਗਣ ਮੰਗਣ ਨਾ ਕਰਨ। ਜੇ ਅਸਲ ਮਾਨਿਆਂ 'ਚ ਇਸ ਬਲਾਮਤਾਂ ਨੂੰ ਦੂਰ ਕਰਨਾ, ਤਾਂ ਸਮਾਜ ਨੂੰ, ਸੋਸ਼ਲ ਐਕਟੀਵਿਸਟਾਂ ਨੂੰ, ਇੰਟੈਲੈਕਚੁਅਲਸ ਨੂੰ, ਹਰ ਰਾਈਟਰਸ ਨੂੰ, ਅਖਬਾਰਾਂ ਨੂੰ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਊਗਾ, ਤਾਂ ਜਾ ਕੇ ਕੋਈ ਨਾ ਕੋਈ ਠੱਲ ਪੈ ਸਕਦੀ। ਪ੍ਰੋਫੈਸਰ ਸਾਹਿਬ, ਆਖਰੀ ਸਵਾਲ ਹੈ ਜਿਹੜਾ ਵਿਰੋਧੀ ਧਿਰਾਂ ਦੇ ਉੱਤੇ ਉੱਠਦਾ ਹੈ ਕਿ ਉਹਨਾਂ ਨੂੰ ਸ਼ਾਇਦ ਇਹੀ ਨਹੀਂ ਸਮਝ ਆ ਰਹੀ ਕਿ ਉਹਨਾਂ ਨੇ ਵਿਰੋਧ ਕਰਨਾ ਕਿਹਦਾ। ਓਪੋਜੀਸ਼ਨ ਦਾ ਜੋ ਕੰਮ ਹੁੰਦਾ ਹੈ, ਉਹਨਾਂ ਨੇ ਉਹਨਾਂ ਮੁੱਦਿਆਂ ਨੂੰ ਐਡਰੈਸ ਕਰਨਾ ਹੈ, ਜਿਨ੍ਹਾਂ ਨੂੰ ਮੀਡੀਆ ਜਿਹੜਾ ਸਾਡੇ ਵਰਗਾ ਉਹਨੂੰ ਓਪੋਜੀਸ਼ਨ ਦੇ ਵਿੱਚ ਉਹ ਰੋਲ ਕਰਨਾ ਪੈ ਰਿਹਾ ਆਪਣੇ ਤੌਰ ਦੇ ਉੱਤੇ। ਨਵਜੋਤ ਸਿੰਘ ਸਿੱਧੂ ਆਪਣੇ ਰਾਹ, ਪ੍ਰਤਾਪ ਸਿੰਘ ਬਾਜਵਾ ਆਪਣੇ ਪਾਸੇ, ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਆਪਣੇ ਪਾਸੇ, ਤੇ ਹਾਈ ਕਮਾਨ ਨੂੰ ਇਹ ਸਮਝ ਹੀ ਨਹੀਂ ਆ ਰਹੀ ਕਿ ਅਸੀਂ ਚਲਾਉਣਾ ਕਿੱਦਾਂ ਆ। ਹਾਈ ਕਮਾਂਡ ਦੀ ਜਿਹੜੀ ਜ਼ਮੀਨ ਆ, ਉਹ ਮੋਦੀ ਸਾਹਿਬ ਨੇ ਖਿਸਕਾਤੀ ਆ, ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ। ਕਾਂਗਰਸ ਦੀ ਏਜੰਡਾ ਬਦਲ ਦਿੱਤਾ। ਪਹਿਲਾਂ ਏਜੰਡਾ ਸੀ ਵਿਕਾਸ ਦਾ, ਭਾਵੇਂ ਟੁੱਟਾ ਭੱਜਾ ਹੀ ਸੀਗਾ ਕਿ ਆਹ ਕਰਾਂਗੇ, ਆਹ ਕਰਾਂਗੇ। ਆਫਟਰ ਆਲ ਇੰਨੀਆਂ ਯੂਨੀਵਰਸਿਟੀਆਂ ਬਣੀਆਂ, ਹੋਰ ਇੰਨਾ ਕੁਝ ਦੇਸ਼ ਦੇ ਅੰਦਰ ਬਣਿਆ, ਕਿਸੇ ਏਜੰਡੇ ਤਹਿਤ ਹੀ ਬਣਿਆ। ਏਡਾ ਵੱਡਾ ਪਬਲਿਕ ਸੈਕਟਰ ਬਣਿਆ, ਕਿਸੇ ਏਜੰਡੇ ਤਹਿਤ ਹੀ ਬਣਿਆ ਆਜ਼ਾਦ ਭਾਰਤ ਤੋਂ ਬਾਅਦ। ਇਹ ਨਹੀਂ ਕਹਿ ਸਕਦੇ ਵੀ ਨਹਿਰੂ ਨੇ ਕੁਝ ਨਹੀਂ ਕੀਤਾ, ਸਾਰਾ ਖਾ ਗਏ। ਪਰ ਜੋ ਅੱਜ ਦਾ ਏਜੰਡਾ ਸੈੱਟ ਕਰਤਾ, ਉਹ ਤਾਂ ਹੈ ਹੀ ਹਿੰਦੂ ਮੁਸਲਿਮ ਦਾ, ਦੇਤਰੇ ਦੀ ਚੱਲੀ ਚੱਕੀ ਜਾਂਦੀ। ਹੁਣ ਇਸ ਏਜੰਡੇ ਦੇ ਉੱਤੇ ਅੱਜ ਹੀ ਕੋਈ ਆਰਟੀਕਲ ਵੀ ਬੜਾ ਤਕੜਾ ਆਇਆ ਵੀ ਰੀਜਨਲ ਪਾਰਟੀਆਂ ਦਾ ਵੀ, ਤੇ ਵਿੱਚੇ ਹੀ ਕਾਂਗਰਸ ਜਿਹੜੀ ਆਪਣੇ ਨੈਸ਼ਨਲ ਪਾਰਟੀ ਹੈ, ਉਹ ਖੁੱਲ ਕੇ ਆ ਹੀ ਨਹੀਂ ਰਹੇ ਇਸ ਏਜੰਡੇ ਦੀ ਵਿਰੋਧਤਾ ਕਰਨ। ਕਾਰਨ ਕੀ ਹੈ ਕਿ ਹਿੰਦੂ ਨਾਰਾਜ਼ ਹੋ ਜਾਣਗੇ। ਜੇ ਹਿੰਦੂ ਨਾਰਾਜ਼ ਹੋ ਗਏ, ਜੇ ਤੁਸੀਂ ਮੁਸਲਮਾਨਾਂ ਦੇ ਹੱਕ 'ਚ ਖੜੇ ਹੁੰਦੇ ਆ, ਤਾਂ ਫਿਰ ਤੁਹਾਡੇ ਲਈ ਤੇ ਬੜੀਆਂ ਮੁਸੀਬਤਾਂ ਹੋ ਜਾਣਗੀਆਂ। ਜੋ ਏਜੰਡਾ ਅੱਜ ਦੇਸ਼ 'ਚ ਚੱਲ ਰਿਹਾ, ਫਿਰਕਾ ਪ੍ਰਸਤੀ ਦਾ, ਰਾਮ ਰਾਜ ਦਾ, ਹਿੰਦੂ ਰਾਸ਼ਟਰ ਬਣਾਉਣ ਦਾ, ਉਹਨੇ ਏਜੰਡਾ ਹੀ ਖੋਹ ਲਿਆ ਕਾਂਗਰਸ ਕੋਲੋਂ। ਤੇ ਕਾਂਗਰਸ ਅੱਗੇ ਕਿਵੇਂ ਵਧੇ? ਜੇ ਕੋਈ ਸੜਕ ਹੀ ਨਾ ਰਹੇ ਗੱਡੀ ਲਈ, ਤੇ ਗੱਡੀ ਚੱਲੂ ਕਿਵੇਂ? ਲੀਹ ਤੇ ਚੱਲਣੀ ਆ, ਉਹ ਲੀਹ ਬੰਦ ਕਰਤੀ ਇਹਨਾਂ ਦੀ। ਹੁਣ ਇਹ ਜਾਂ ਤੇ ਤਕੜੇ ਹੋ ਕੇ ਧੜੱਲੇ ਨਾਲ ਨਵੀਂ ਲਾਮਬੰਦੀ ਕਰਕੇ ਇਸ ਗੱਲ ਤੋਂ ਉੱਪਰ ਉੱਠ ਕੇ, ਭਾਵੇਂ ਉਹ
ਕਾਂਗਰਸ ਹੈ ਭਾਵੇਂ ਹੋਰ ਪਾਰਟੀਆਂ ਆ, ਉਹ ਕਹਿਣਗੇ ਅਸੀਂ ਸੱਚਾਈ ਨਾਲ ਖੜੇ ਹਾਂ, ਅਸੀਂ ਸੰਵਿਧਾਨ ਦੇ ਨਾਲ ਖੜੇ ਹਾਂ, ਇਨਸਾਫ ਦੇ ਨਾਲ ਖੜੇ ਹਾਂ, ਅਸੀਂ ਲੋਕਾਂ ਨਾਲ ਖੜੇ ਹਾਂ, ਅਸੀਂ ਭੁੱਖਮਾਰੀ ਨੂੰ ਦੂਰ ਕਰਨ ਲਈ ਉਸੇ ਵਿਕਾਸ ਦੇ ਏਜੰਡੇ ਤੇ ਖੜੇ। ਜੇ ਤੇ ਇਧਰ ਨੂੰ ਚੱਲ ਪੈਣ ਫਿਰ ਸਾਰੀਆਂ ਚੀਜ਼ਾਂ ਨੂੰ ਠੱਲ ਪੈ ਸਕਦੀ ਆ, ਪਰ ਡਰਦੇ ਇੰਨੇ ਆ। ਇਹੀ ਕਾਰਨ ਆ ਕਿ ਕੇਂਦਰੀ ਲੀਡਰਸ਼ਿਪ ਆਪਣੀ ਹੀ ਪਾਰਟੀ ਨੂੰ, ਕਾਂਗਰਸ ਦੀ ਮੈਂ ਗੱਲ ਕਰ ਰਿਹਾ, ਸੰਭਾਲਣ ਦੇ ਵਿੱਚ ਕਾਮਯਾਬ ਨਹੀਂ ਹੋ ਪਾ ਰਹੀ। ਹਾਲਾਂਕਿ ਕੋਈ ਇੰਟੈਂਸ਼ਨਸ ਮਾੜੀਆਂ ਨਹੀਂ, ਪਰ ਰਾਜਨੀਤਿਕ ਜਿਹੜੇ ਦਾਅ ਪੇਚ ਆ ਉਹਨਾਂ ਦੀ ਹਵਾ ਨਿਕਲੀ ਹੋਈ ਆ, ਜਿਵੇਂ ਫਟਿਆ ਹੋਇਆ ਟਾਇਰ ਆ, ਗਾਂ ਗੱਡੀ ਨੂੰ ਚੱਲਣ ਨਹੀਂ ਦਿੰਦਾ। ਇਹ ਹਾਲਤ ਆ। ਹੁਣ ਰਹੀ ਗੱਲ ਪੰਜਾਬ ਦੀ, ਜਿਹੜੀ ਤੁਸੀਂ ਗੱਲ ਦਾ ਇਸ਼ਾਰਾ ਕੀਤਾ, 3 ਮੀਟਿੰਗਾਂ ਹੋਈਆਂ। ਪ੍ਰਤਾਪ ਸਿੰਘ ਬਾਜਵੇ ਨੇ ਐਮਐਲਏ ਦੀ ਕੀਤੀ, ਉਹਦੇ ਚ ਜਿਹੜੇ ਸਿੱਧੂ ਦੇ ਐਮਐਲਏ ਸੀਗੇ, ਜਿਹ ਚ ਖਹਿਰਾ ਵੀ ਹੈਗਾ, ਇੱਕ ਕੋਈ ਹੋਰ ਵੀ ਸੀ, ਉਹ ਨਹੀਂ ਆਏ ਜਿਹੜੇ ਉਹਦੇ ਸਿੰਪਤੀ। ਤੇ ਜਦੋਂ ਪ੍ਰਤਾਪ ਸਿੰਘ ਬਾਜਵਾ, ਕਿਉਂਕਿ ਲੀਡਰ ਆਫ ਆਪੋਜੀਸ਼ਨ, ਉਹਨਾਂ ਨੇ ਤੇ ਐਮਐਲਏ ਦੀ ਮੀਟਿੰਗ ਕੀਤੀ ਤੇ ਐਮਐਲਏ ਚਲੇ ਵੀ ਗਏ। ਹੁਣ ਜਿਹੜੇ ਹਾਰੇ ਹੋਏ ਐਮਐਲਏ ਆ, ਉਹਨਾਂ ਦੀ ਨਵਜੋਤ ਸਿੰਘ ਸਿੱਧੂ ਨੇ ਕਰ ਲਈ ਵੀ ਮੈਂ ਵੀ ਤੇ ਕੁਛ ਨਾ ਕੁਛ ਕਰਾਂ, ਤੇ ਜਿਹੜੇ ਪਾਰਟੀ ਦੇ ਲੀਡਰ ਸੀਗੇ ਉਹਨਾਂ ਦੀ ਕਰ ਲਈ ਰਾਜਾ ਵੜਿੰਗ ਨੇ, ਹੋਰਨਾਂ ਦੀ ਸਾਰੇ, ਉਹਦੇ ਚ ਕਈ ਕਿਸਮ ਦੇ ਲੀਡਰ ਸੀ। ਇਹ ਜਿਹੜੀਆਂ ਅਲੱਗ-ਅਲੱਗ ਟੱਪਰੀਆਂ, ਅਲੱਗ-ਅਲੱਗ ਖਿਚੜੀ ਪੱਕ ਰਹੀ ਅਲੱਗ-ਅਲੱਗ ਚੁੱਲ੍ਹਿਆਂ ਦੇ, ਤੇ ਆਪਸ ਵਿੱਚ ਅਜੇ ਵੀ ਇੰਨਾ ਕੁਝ ਸਿਰ 'ਚ ਸਵਾਹ ਪਾਉਣ ਤੋਂ ਬਾਅਦ ਵੀ ਅਜੇ ਸਿੱਖ ਨਹੀਂ ਰਹੇ। ਉਹ ਸਿੱਖਣਾ ਵੀ ਨਹੀਂ ਮੈਨੂੰ ਲੱਗਦਾ। ਉਹਦਾ ਕਾਰਨ ਕੱਲਾ ਕਾਂਗਰਸ ਲੀਡਰੀ ਨੂੰ ਨਹੀਂ ਦਿਓ ਦੋਸ਼, ਲੋਕੀ ਵੀ ਪਹਿਲਾਂ ਤੋਂ ਇੰਨੇ ਡਿਮਾਂਡਿੰਗ ਆ, ਤਿਆਰ ਹੋਏ ਆ ਕਿ ਇਹਨਾਂ ਨੂੰ ਰਾਹ ਨਹੀਂ ਲੱਭ ਰਿਹਾ ਵੀ ਅਸੀਂ ਕਿੱਧਰ ਨੂੰ ਭੱਜੀਏ। ਤੋ ਉਹ ਬਾਹਰਲੀ ਜਿਹੜੀ ਲੋਕਾਂ ਦੇ ਵਿੱਚ ਇੱਕ ਰਾਜਨੀਤਿਕ ਅਸੰਤੋਸ਼ ਫੈਲਿਆ ਹੋਇਆ, ਖਾਸ ਕਰ ਪੰਜਾਬ ਦੇ ਵਿੱਚ। ਇਸ ਸਰਕਾਰ ਲਈ ਵੀ ਬੜੀਆਂ ਮੁਸੀਬਤਾਂ। ਮੈਂ ਨਹੀਂ ਚਾਹੁੰਦਾ ਵੀ ਇੰਨੀ ਛੇਤੀ ਤੁਸੀਂ ਕਿਸੇ ਵੀ ਸਰਕਾਰ ਨੂੰ ਮੁਸੀਬਤਾਂ 'ਚ ਖੜੇ ਕਰੋ, ਨਾਅਰੇਬਾਜ਼ੀ ਹੋਰ ਸਾਰਾ ਘੇਰਾਬੰਦੀ ਸਾਰੀ ਸ਼ੁਰੂ ਹੋ ਜੇ। ਆ ਰੇਲਵੇ ਦਾ ਸ਼ੁਰੂ ਐਲਾਨ ਕਰਤਾ, ਅਸੀਂ ਰੇਲਵੇ ਟਰੈਕ ਤੇ ਬੈਠਣਾ, ਕਰੋ ਗੱਲ, ਹੋ ਗਿਆ ਐਲਾਨ। ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਧੇਰ ਪੰਨੂ ਵੱਲੋਂ, ਤੇ ਜਦੋਂ ਇਸ ਪਾਸੇ ਨੂੰ ਪੈਂਦਿਆਂ ਸਾਰੀ ਕਿਸੇ ਦੇ ਅਜੇ ਪੈਰ ਵੀ ਨਾ ਲੱਗੇ ਹੁਣ, ਸਰਕਾਰ ਦੇ ਮੁਸੀਬਤਾਂ ਝੱਲਣੀਆਂ ਪੈਣ ਤੇ ਔਖਾ। ਇਸ ਗੱਲ ਨੂੰ ਕਾਂਗਰਸ ਵਾਲੇ ਕਿਉਂ ਨਹੀਂ ਸਮਝਦੇ ਵੀ ਜਿਨ੍ਹਾਂ ਨੇ ਸਰਕਾਰ ਬਣਾਈ 92 ਮੈਂਬਰਾਂ ਦੀ, ਉਹ ਉਹਨਾਂ ਦੀ ਨਹੀਂ ਕੋਈ ਸੁਣਦਾ। ਉਹ ਤੇ ਸਰਕਾਰ ਦੇ ਵਿੱਚ ਆ, ਉਹਨਾਂ ਕੋਲ ਹੋਮ ਮਿਨਿਸਟਰੀ ਆ, ਉਹਨਾਂ ਕੋਲ ਪੁਲਿਸ ਆ, ਉਹ ਸਾਰੇ ਸਾਧਨ ਆ। ਤੁਸੀਂ ਵਿਰੋਧੀ ਬੈਠੇ ਆਪਸ ਵਿੱਚ ਅਜੇ, ਹੁਣ ਤੇ ਤੁਹਾਨੂੰ ਆਰਾਮ ਨਾਲ ਕੱਟ ਲੈਣਾ ਚਾਹੀਦਾ ਟਾਈਮ, ਇੱਕ ਦੂਜੇ ਨਾਲ ਖਾਓ ਪੀਓ, ਸਗੋਂ ਮੌਜਾਂ ਕਰੋ, ਜੱਫੀਆਂ ਪਾਓ, ਤਾਂ ਕਿ ਰੂਲਿੰਗ ਨੂੰ ਲੱਗੇ ਵੀ ਆਗੇ 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 ਤੇ ਸਾਰੇ ਇਕੱਠੇ ਹੋ ਗਏ। ਭਾਵੇਂ ਇਕੱਠੇ ਨਾ ਹੋ, ਲੱਗੇ ਤੇ ਸਹੀ, ਪਰ ਤੁਸੀਂ ਨਹੀਂ ਕੁਝ ਕਰਨਾ, ਫਿਰ ਗੇਮ ਤੋਂ ਬਾਹਰ ਆ। ਫਿਰ ਕਿਸੇ ਨੇ ਕੋਈ ਗੇਮ ਤੋਂ ਬਾਹਰ ਕਰਨ ਲਈ, ਗੇਮ ਤੋਂ ਕੀਤੇ ਹੋਈ ਬਾਹਰ ਆ। ਹੋ ਸਕਦਾ ਜੇ ਇਹੀ ਹਾਲਾਤ ਰਹੇ, ਮੈਂ ਲਾਸਟ ਗੱਲ ਆਪਣੀ ਆਬਜ਼ਰਵੇਸ਼ਨ ਦੱਸਦਾ ਕਿ ਪੰਜਾਬ ਦੇ ਵਿੱਚ ਇਹ ਕੋਈ ਵੱਡੀ ਗੱਲ ਨਹੀਂ ਹੋਊਗੀ ਕਿ ਕੋਈ ਹੋਰ ਤਕੜੀ ਰੀਜਨਲ ਪਾਰਟੀ ਪੰਜਾਬੀਆਂ ਦੀ, ਪੰਜਾਬੀ ਪਾਰਟੀ ਕਹਿ ਲਓ, ਜਾਂ ਕੋਈ ਵੀ ਇਹੋ ਜਿਹੀ ਪਾਰਟੀ ਇੱਥੇ ਹੋਂਦ ਵਿੱਚ ਆ ਜਾਏ, ਕਿਉਂਕਿ ਉਹਦੇ ਲਈ ਰਾਜਨੀਤਿਕ ਜਗ੍ਹਾ ਕਾਫੀ ਮੋਕਲੀ ਇਸ ਵੇਲੇ ਦਿਸ ਰਹੀ ਹੈ, ਖਾਸ ਕਰਕੇ ਜਿਹੜੀਆਂ ਰਵਾਇਤੀ ਪਾਰਟੀਆਂ, ਕਿਉਂਕਿ ਉਹ ਆਪਣੇ ਆਪ ਨੂੰ ਕਿਸੇ ਵੀ ਤਰੀਕੇ ਨਾਲ ਸੁਧਾਰਨ ਲਈ ਤਿਆਰ ਨਹੀਂ ਹੈ। ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਸਾਰੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਮੇਰੇ ਨਾਲ ਮੌਜੂਦ ਸਨ ਕਿ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਇਹ ਸਵਾਲ ਅਸੀਂ ਕਈ ਵਾਰ ਕਰ ਚੁੱਕੇ ਹਾਂ ਕਿ ਪੰਜਾਬ ਦੇ ਵਿੱਚ ਸਿਆਸੀ ਜ਼ਮੀਨ ਜਿਹੜੀ ਹੈ ਪੰਜਾਬ ਦੀ ਖੇਤਰੀ ਪਾਰਟੀ ਦੇ ਲਈ ਅੱਜ ਵੀ ਖਾਲੀ ਹੈ। ਅਕਾਲੀ ਦਲ ਨੂੰ ਲੋਕਾਂ ਨੇ ਬਾਦਲ ਪਰਿਵਾਰ ਕਰਕੇ ਕਿਨਾਰੇ ਕਰ ਦਿੱਤਾ। ਬੇਅਦਬੀਆਂ ਦੇ ਮਸਲਿਆਂ ਨੂੰ ਲੈ ਕੇ ਉਹ ਅੱਜ ਵੀ ਉਸੇ ਤਰ੍ਹਾਂ ਨੇ। ਆਮ ਆਦਮੀ ਪਾਰਟੀ ਤੇ ਕਾਂਗਰਸ, ਇਹ ਸਾਰੇ ਲੋਕ ਜਿਹੜੇ ਨੇ ਉਹ ਬਹੁਤ ਸਿਆਣੇ ਹੋ ਚੁੱਕੇ ਨੇ, ਸਿਆਸਤਦਾਨਾਂ ਨੂੰ ਬੜਾ ਨੇੜਿਓਂ ਸਮਝਦੇ ਨੇ। ਜੇ ਬੇਅਦਬੀਆਂ ਦਾ ਹੱਲ ਨਾ ਨਿਕਲਿਆ ਤਾਂ ਕਹਿੰਦੇ ਜਿਹੜੀ ਕਬਰ ਦੇ ਵਿੱਚ ਬਾਕੀ ਸਿਆਸੀ ਪਾਰਟੀਆਂ, ਉਹਦੇ ਵਿੱਚ ਹੀ ਅਗਲੀਆਂ ਪਾਰਟੀਆਂ ਨੂੰ ਵੀ ਜਾਣਾ ਪੈ ਸਕਦਾ ਹੈ ਜਦ ਤੱਕ ਇਹਨਾਂ ਮਸਲਿਆਂ ਦਾ ਹੱਲ ਨਹੀਂ ਨਿਕਲਦਾ। ਓਵਰਆਲ ਕਹਿ ਲਈਏ ਕਿ ਪੰਜਾਬ ਦੇ ਮੁੱਦਿਆਂ ਦਾ, ਪੰਜਾਬ ਦੇ ਮਸਲਿਆਂ ਦਾ ਹੱਲ ਜਦੋਂ ਤੱਕ ਨਹੀਂ ਹੁੰਦਾ, ਉਦੋਂ ਤੱਕ ਸਾਰੇ ਇਸੇ ਰਾਹ ਜਾਣਗੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।